ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਕਮਾਲ ਦਸਾਂ ਪਾਤਸ਼ਾਹੀਆਂ ਦੇ ਪਾਵਨਾਤਮਕ ਸਰੂਪ ਗੁਰੂ ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਰਬੱਤ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਉਪਰੰਤ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਪਾਸ ਆਪ ਜੀ ਜੁੜ ਬੈਠੇ ਹੋ। ਪਿਛਲੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਪਰ ਸਿੱਖਾਂ ਨੇ ਬਦਾਵਾ ਲਿਖਿਆ। ਸਾਂਝ ਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲ ਪਏ। ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ, ਸਤਿਗੁਰਾਂ ਨੇ ਆਪਣੇ ਤਿਆਰ ਬਰ ਤਿਆਰ ਸਿੰਘ ਭੇਜ ਦਿੱਤੇ। ਕੁਝ ਇਹਨਾਂ ਸਿੱਖਾਂ ਦੇ ਮੂਹਰੇ ਕੀਤੇ, ਕੁਝ ਪਿੱਛੇ, ਕੁਝ ਸੱਜੇ, ਕੁਝ ਖੱਬੇ। ਇਸ ਤਰ੍ਹਾਂ ਹੀ ਸਤਿਗੁਰੂ ਜੀ ਦਾ ਜੋ ਪਰਿਵਾਰ ਸੀ ਉਹਨਾਂ ਦੇ ਚਾਰ ਚੁਫੇਰੇ ਸਿੰਘ ਕਰ ਦਿੱਤੇ। ਪਰਬਤੀ ਪਹਾੜੀ ਉਹਨਾਂ ਤੇ ਹਮਲਾ ਨਾ ਕਰ ਸਕਣ। ਕਿਲੇ ਵਿੱਚੋਂ ਨਿਕਲ ਕੇ ਕੁਝ ਕੁ ਪਿੰਡਾਂ ਸਿੱਖਾਂ ਨੇ ਤੈਅ ਕੀਤਾ। ਇਹਨਾਂ ਪਰਬਤੀਆਂ ਤੇ ਤੁਰਕਾਂ ਨੂੰ ਜਦੋਂ ਪਤਾ ਲੱਗਿਆ, ਉਹਨਾਂ ਨੇ ਪਿੱਛੋਂ ਹਮਲਾ ਕਰ ਦਿੱਤਾ। ਸਿੰਘਾਂ ਨੇ ਇਹਨਾਂ ਪਰਬਤੀਆਂ ਨੂੰ ਮਾਰ ਹਟਾਇਆ। ਇਸ ਤਰ੍ਹਾਂ ਲੜਦੇ ਲੜਦੇ ਸਰਸਾ ਦੇ ਕੰਢੇ ਤੇ ਜਾ ਪਹੁੰਚੇ। ਠੰਡ ਦਾ ਸਮਾਂ, ਪੋਹ ਦਾ ਮਹੀਨਾ, ਸਰਸਾ ਦਾ ਪਾਣੀ ਠਾਠਾਂ ਮਾਰਦਾ ਹੈ। ਸਰਸਾ ਦੇ ਕੰਢੇ ਉੱਪਰ ਗਹਿ ਗੱਚ ਲੜਾਈ ਹੋਈ ਰਾਤ ਸਮੇਂ। ਸਰਸਾ ਨੂੰ ਪਾਰ ਕਰਨ ਵਕਤ ਅਨੇਕਾਂ ਹੀ ਸਿੱਖ ਰੁੜ ਗਏ। ਜਿਹੜੇ ਵੈਰੀ ਪਿੱਛਾ ਕਰਦੇ ਉਹ ਵੀ ਰੁੜ ਗਏ। ਸਤਿਗੁਰਾਂ ਦਾ ਖਜ਼ਾਨਾ ਰੁੜ ਗਿਆ। ਅਨੇਕਾਂ ਹੀ ਧਾਰਮਿਕ ਗ੍ਰੰਥਾਂ ਦਾ ਅਨੁਵਾਦ ਸਤਿਗੁਰਾਂ ਨੇ ਕੀਤਾ ਸੀ, ਉਹ ਸਾਰਾ ਖਜ਼ਾਨਾ ਸਰਸਾ ਦੇ ਭੇਟ ਹੋ ਗਿਆ। ਮਹਾਰਾਜ ਕਲਗੀਧਰ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕੀਤਾ। ਬਾਬਾ ਅਜੀਤ ਸਿੰਘ ਜੀ ਨੇ ਸਰਸਾ ਦੇ ਕੰਢੇ ਤੇ ਜੰਗ ਕੀਤਾ। ਉਪਰੰਤ ਗੁਰੂ ਸਾਹਿਬ ਜੀ ਇੱਥੋਂ ਰੋਪੜ ਨੂੰ ਚਲੇ ਗਏ। ਮਾਤਾ ਗੁਜਰੀ ਜੀ ਜੰਗਲ ਦੇ ਰਾਹੇ ਪੈ ਗਏ। ਭਾਈ ਮਨੀ ਸਿੰਘ ਜੀ ਸਤਿਗੁਰਾਂ ਦੇ ਮਹਿਲਾਂ ਨੂੰ ਲੈ ਕੇ ਦਿੱਲੀ ਨੂੰ ਚਲੇ ਗਏ। ਪਰਿਵਾਰ ਦੇ 3 ਹਿੱਸੇ ਹੋ ਗਏ। ਰੋਪੜ ਤੋਂ ਚੱਲਦੇ ਮਹਾਰਾਜ ਉਹਨਾਂ ਲੋਧੀ ਪਠਾਣਾਂ ਦੇ ਘਰ ਵਿੱਚ ਗਏ, ਜਿਹੜੇ ਗੁਰੂ ਸਾਹਿਬ ਦੇ ਸ਼ਰਧਾਲੂ, ਜਿਨ੍ਹਾਂ ਦੀ ਸਤਿਗੁਰਾਂ ਨੇ ਪਰਬਤੀਆਂ ਨਾਲ ਜੰਗ ਕਰਨ ਵਿੱਚ ਮਦਦ ਕੀਤੀ। ਉਹਨਾਂ ਨੂੰ ਕਹਿਣ ਲੱਗੇ, ਭਾਈ ਸਾਨੂੰ ਹਵੇਲੀ ਚਾਹੀਦੀ ਹੈ। ਉਹਨਾਂ ਨੇ ਹਵੇਲੀ ਮਹਾਰਾਜ ਨੂੰ ਦਿੱਤੀ, ਨਹੀਂ ਤੇ ਦਰਵਾਜ਼ੇ ਬੰਦ ਕਰ ਲਏ। ਸਤਿਗੁਰਾਂ ਨੇ ਆਖਿਆ, ਤੁਹਾਡਾ ਮਕਾਨ ਹੀ ਨਹੀਂ ਰਹਿਣਾ ਜਿਹਦਾ ਮਾਣ ਕਰਦੇ ਹੋ। ਉਹ ਸਤਲੁਜ ਵਿੱਚ ਰੁੜ ਗਿਆ। ਫਿਰ ਕੋਟਲੇ ਗਏ ਨਿਹੰਗ ਖਾਨ ਦੇ ਕੋਲ। ਉਹਨੇ ਬੜੇ ਅਦਬ ਨਾਲ ਸਤਿਗੁਰਾਂ ਨੂੰ ਘਰ ਵਿੱਚ ਉਤਾਰਾ ਦਿੱਤਾ, ਪਰ ਉਹਦੀ ਹਵੇਲੀ ਪਸੰਦ ਨਹੀਂ ਆਈ ਮਹਾਰਾਜ ਨੂੰ। ਬਾਬਾ ਬਚਿੱਤਰ ਸਿੰਘ ਜੀ ਨੇ ਇੱਥੇ ਸਰੀਰ ਤਿਆਗ ਗਿਆ। ਉਪਰੰਤ ਗੁਰਦੁਆਰਾ ਭੱਠਾ ਸਾਹਿਬ ਗਏ। ਘੋੜੇ ਦੇ ਪੌੜ ਜਦੋਂ ਭੱਠੇ ਵਿੱਚ ਪਏ ਤੇ ਭੱਠਾ ਠੰਡਾ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਵਿੱਚ ਅਟਾਰੀ ਵੇਖੀ, ਗੜੀ ਵੇਖੀ। ਉੱਚੀ ਜਗ੍ਹਾ ਤੇ ਸੀ, ਦੂਰੋਂ ਨਜ਼ਰ ਆਉਂਦੀ ਸੀ। ਇਸ ਤਰ੍ਹਾਂ ਚਮਕੌਰ ਸਾਹਿਬ ਮਹਾਰਾਜ ਚਲੇ ਗਏ। ਗੜੀ ਦੇ ਅੰਦਰ ਪ੍ਰਵੇਸ਼ ਹੋ ਗਏ। ਸਿੱਖਾਂ ਨੂੰ ਤਿਆਰ ਬਰ ਤਿਆਰ ਕੀਤਾ। ਭਾਵੇਂ ਭੁੱਖੇ ਸਨ, ਕਈ ਮਹੀਨਿਆਂ ਤੋਂ ਥੱਕੇ ਟੁੱਟੇ ਸਨ,
पर फिर भी सिदक नहीं हारिया। सिखां ने वैरियां नाल भयंकर जंग कीता। 5-5 सिखां दा जथा बाहर निकलदा ते जंग करदा है। इस प्रकार जिहड़ा नाहर खां सी मलेरकोटलिया, वो चढ़ के आया। महाराज कलगीधर जी की निगाह पै गया। सतगुरां ने तीर मारिया, क्योंकि कहंदा आया कित्थे आन गुरु गोबिंद सिंह जी, मैं उन्हां नाल जंग करना, कित्थे आन। सतगुरां ने तीर मारिया नाहर खां दे। ललकार के आवाज़ मारी, नाहर खां तीर आउंदा संभाल जरा अपने आप नूं। छाती विन के लंघ गया। लोहे की संजो पाई सी, पाड़ के दोने पासियों संजो तीर लंघ गया। नाहर खां की मौत हो गई। सूरम गति नूं प्राप्त होया। ਇਹਦਾ ਭਰਾ ख्वाजा खिजर, ख्वाजा मरदूद ਉਹਨੂੰ महाराज ने लिखिया जफरनामे 'ਚ। ਉਹਨੂੰ पता लग्या जो भी पहुंचिया ਜਦੋਂ ਇੱਥੇ, ਭਰਾ ਦੀ ਲੋਥ ਵੇਖ ਕੇ ਮੁਖ ਪੀਲਾ ਪੈ ਗਿਆ ਤੇ ਡਰਦਾ ਮਾਰਾ ਗੁਰੂ ਸਾਹਿਬ ਦੇ ਤੀਰਾਂ ਤੋਂ ਗੜੀ ਦੀ ਕੰਧ ਦੇ ਓਲੇ ਖਲੋ ਗਿਆ। ਹੇਠਾਂ ਸੋਚਦਾ ਕਿਤੇ ਤੀਰ ਨਾ ਵੱਜ ਜਾਏ, ਲੁਕ ਗਿਆ ਉੱਥੇ। महाराज ਕਹਿੰਦੇ ਉਹ ਗੀਧੀਆ ਬਾਹਰ ਨਿਕਲ, तेरा भरा सूरम गति नूं प्राप्त कर गया, तू लुक गया, तू कुल नूं लाज ला दिती है। पर वो नहीं उठिया, हिलिया नहीं। लोथ लैण वास्ते आए सन उहदे सिपाही, पर लैके नहीं जा सके। इस तरह बड़ा भयंकर जंग उत्थे होया। आओ हुण अगले प्रकरण आपां सरवण करिए। मन बिरतियां एकागर करन वास्ते सरबत संगतां प्रेम सहित जपो जी सतनाम श्री वाहेगुरु साहिब। सतनाम श्री वाहेगुरु साहिब जीओ। सतनाम श्री वाहेगुरु साहिब जी, पढ़ते को होए बाहर आयो। अनेकां सिंघां दी शहादत चमकौर साहब होई। सतगुरां दे साहिबजादे बाबा अजीत सिंह जी, उन्होंने जदों ये सारा वरतारा नेत्रां नाल वेखिया, उपर खलो के लड़ते सन, दूरों दूरों तीर चलाउंदे सन। पर सिंह जदों सन्मुख शहीद हो गए मैदाने जंग विच, ते बाबा अजीत सिंह जी मन विच विचार करते ने कि पिता उन्हां दे सन्मुख असी मैदाने जंग विच जा करके शहादत का जिहड़ा जाम है वो प्राप्त करांगे। इस तरह उन्होंने विचार की ते धन गुरु गोबिंद सिंह साहिब सच्चे पातशाह जी के सन्मुख आए। अरदास की गरीब नवाज सच्चे पातशाह जी, मैं मैदाने जंग विच जाके जूझना चाहुंदा हां। धन गुरु गोबिंद सिंह साहब जी ने अपने कर कमलों नाल शस्त्र भेंट किया। आख्या पुत्र जाओ मैदाने जंग विच जाओ, पर जदों शहादत का जाम पीओगे, मैदाने जंग विच वैरी नूं जाके जूझोगे, पिठ ना विखायो, सीने विच छाती विच तीर खा के आयो, बरछी खा के आयो। बाबा अजीत सिंह जी जदों जान लगे, सिंह साहब भाई दया सिंह जी अरदास करते, महाराज छोटे साहिबजादियां दा पता नहीं किधर ने, किरपा करो इन्हां साहिबजादियां नूं रख लो। महाराज कहंदे नहीं भाई दया सिंह, इन्हां विच ते तुहाडे विच फर्क कोई नहीं। जिन्ने तुसीं मैनूं प्यारे उन्ने पुत्तर, ते जिन्ने पुत्तर प्यारे उन्हां मैनूं अपना खालसा भी प्यारा है। इस तरह बाबा अजीत सिंह जी नाल 5 सिख तैयार होए, ते बाबा अजीत सिंह जी तैयार पर तैयार हो करके शस्त्र लैके तेग लैके गड़ी दे विचों बाहर निकले हन। बाहर निकलदियां सार वैरी ते टुट के पै गए, जिवें भुखा शेर टुट के पैंदा है। जेड़ा सामने अड़िया ते शस्त्र दी भेंट कर दिता, सोधा ला दिता। जिधर भी बाबा जी जाते ने उस पासे उजाड़ा कर देंदे ने। उजाड़ा करन तो भाव के वैरियां दे सत्थर विछा दिते। बाबा अजीत सिंह जी ने मार मार के शस्त्र तुरकां ते पहाड़ियां दे दल ने मन विच ये गल जान लई कि इउं जापदा जिवें आनंदपुर साहब दी सारी सिखां दी फौज दा दल साडे ते टुट के पै गया। भावां के है तां बाबा अजीत सिंह। आवाज़ आण लगी गुरु का पुत्र है, ध्यान नाल जाओ अगे। इहो जिहा शस्त्र चलाया बाबा अजीत सिंह ने।
ਪਰ ਉਹਨਾਂ ਨੂੰ ਇਉਂ ਜਾਪਿਆ ਕਿ ਇਕੱਲੇ ਬਾਬਾ ਅਜੀਤ ਸਿੰਘ ਜੀ ਜਿਵੇਂ ਪੂਰਾ ਆਨੰਦਪੁਰ ਸਾਹਿਬ ਦਾ ਭਾਰੀ ਦਲ ਸਿੱਖਾਂ ਦਾ ਲੈ ਕੇ ਆ ਗਏ ਹੋਵਣ। ਬਾਬਾ ਅਜੀਤ ਸਿੰਘ ਜੀ ਨੇ ਇਹੋ ਜਿਹਾ ਭਿਅੰਕਰ ਜੰਗ ਕੀਤਾ ਕਿ ਗਰਦ ਗੁਬਾਰ ਮਚ ਗਈ ਮੈਦਾਨੇ ਜੰਗ ਵਿੱਚ। ਵੈਰੀਆਂ ਨੂੰ ਆਪੋ ਵਿੱਚ ਕੁਝ ਸੁਝਦਾ ਨਹੀਂ, ਕੁਝ ਨਜ਼ਰ ਨਹੀਂ ਆਉਂਦਾ। ਤੁਰਕਾਂ ਪਰਬਤੀਆਂ ਵਿੱਚ ਆਪਸੀ ਰੌਲਾ ਗੋਲਾ ਮਚ ਗਿਆ, ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ। ਸ਼ਸਤਰ ਚਲਾਏ ਬਾਬਾ ਅਜੀਤ ਸਿੰਘ ਜੀ ਨੇ, ਵੈਰੀਆਂ ਵਿੱਚ ਆਪੋ ਧਾਪੀ ਮਚ ਗਈ ਮੈਦਾਨੇ ਜੰਗ ਵਿੱਚ। ਇੱਕ ਦੂਜੇ ਨੂੰ ਸ਼ਸਤਰ ਮਾਰਨ ਲੱਗੇ, ਡਰ ਗਏ। ਇਉਂ ਜਾਪਣ ਲੱਗਾ ਵੀ ਕਿਤੇ ਅਜੀਤ ਸਿੰਘ ਹੀ ਚੜ ਕੇ ਆ ਗਿਆ, ਆਪਣੀਆਂ ਫੌਜਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਤੁਰਕਾਂ ਨੂੰ ਮੈਦਾਨੇ ਜੰਗ ਵਿੱਚ ਮਾਰਿਆ। ਗੁਰਦੁਆਰਾ ਕਤਲੌਰ ਸਾਹਿਬ, ਉੱਥੇ ਤਾਈਂ ਬਾਬਾ ਅਜੀਤ ਸਿੰਘ ਜੀ ਨੇ ਭਿਅੰਕਰ ਜੰਗ ਕੀਤਾ। ਉਹ ਜੰਗ ਕਰਦਿਆਂ ਕਰਦਿਆਂ ਇਸ ਸਥਾਨ ਤੱਕ ਪਹਿਲਾਂ ਆਏ, ਇੱਥੋਂ ਫਿਰ ਪਿਛਾਂਹ ਨੂੰ ਮੁੜੇ ਤੇ ਕਈ ਮੀਲ ਤੱਕ ਵੈਰੀ ਵਿਹਲੇ ਕਰ ਦਿੱਤੇ ਸਨ ਉਹਨਾਂ ਨੇ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ, ਲਿਖਣ ਵਾਲਿਆਂ ਨੇ ਕਿਹਾ ਕਿ 392 ਤੀਰ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਨੂੰ ਵਿੰਨੇ, ਕਿਉਂਕਿ ਜਦੋਂ ਉਹਨਾਂ ਨੇ ਭਿਅੰਕਰ ਜੰਗ ਕੀਤਾ ਵੈਰੀਆਂ ਦੇ ਨਾਲ, ਤੇ ਵੈਰੀਆਂ ਨੂੰ ਜਦੋਂ ਮੌਕਾ ਮਿਲਿਆ ਨਾ, ਉਹਨਾਂ ਦੇ ਸ਼ਸਤਰ ਟੁੱਟ ਗਏ ਜਦੋਂ ਮੈਦਾਨੇ ਜੰਗ ਵਿੱਚ। ਤੇ ਤੀਰਾਂ ਵਾਲਾ ਭੱਥਾ ਜਦੋਂ ਖਾਲੀ ਹੋ ਗਿਆ ਤੇ 4 ਚਫੇਰੇ ਤੋਂ ਵੈਰੀ ਟੁੱਟ ਕੇ ਪੈ ਗਏ। ਕਿਸੇ ਬੰਦੂਕ ਚਲਾਈ, ਕਿਸੇ ਤੇਗ ਦਾ ਵਾਰ ਕੀਤਾ, ਕਿਸੇ ਨੇ ਤੀਰ ਚਲਾਇਆ, ਕਿਸੇ ਨੇ ਬਰਛੀ ਚਲਾਈ। ਤੇ ਬਾਬਾ ਅਜੀਤ ਸਿੰਘ ਜੀ ਜਦੋਂ ਸ਼ਹਾਦਤ ਪ੍ਰਾਪਤ ਕਰਨ ਲੱਗੇ, ਉਹਨਾਂ ਨੇ ਆਪਣਾ ਮੁੱਖ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੱਲ ਕੀਤਾ। ਮਹਾਰਾਜ ਮੋਮਟੀ ਤੇ ਖੜ ਕੇ ਜੰਗ ਵੇਖਦੇ ਸਨ, ਆਪਣੇ ਪੁੱਤਰ ਦੀ ਸ਼ਹਾਦਤ ਨੂੰ ਵੇਖਦੇ, ਉੱਚੀ ਉੱਚੀ ਜਕਾਰੇ ਲਾਉਂਦੇ ਨੇ ਤੇ ਇਹ ਬਚਨ ਕਹਿੰਦੇ ਸਨ, ਕਹਿੰਦੇ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਵਾਓ ਵਾਓ ਗੋਬਿੰਦ ਸਿੰਘ ਵਾਹ ਤੇਰਾ ਜੇਰਾ। ਮਹਾਰਾਜ ਸਤਿਗੁਰੂ ਕਹਿੰਦੇ ਮੇਰਾ ਪੰਥ ਵਸ ਜਾਏ, ਮੈਂ ਭਾਵੇਂ ਉਜੜ ਜਾਵਾਂ। ਇਹੋ ਜਿਹਾ ਜਿਗਰਾ, ਇਹੋ ਜਿਹਾ ਜੇਰਾ ਸੰਸਾਰ ਵਿੱਚ ਕਿਸੇ ਹੋਰ ਦਾ ਨਹੀਂ ਹੋ ਸਕਦਾ। ਅੱਲਾ ਯਾਰ ਖਾਂ ਜੋਗੀ ਨੇ ਜਿਹੜੇ ਬਚਨ ਲਿਖੇ ਸਨ, ਮਹਾਰਾਜ ਸੱਚੇ ਪਾਤਸ਼ਾਹ ਬਾਬਾ ਅਜੀਤ ਸਿੰਘ ਜੀ ਨੂੰ ਕਹਿਣ ਲੱਗੇ, ਪੁੱਤਰ ਛਾਤੀ ਵਿੱਚ ਕਹਿੰਦੇ ਸ਼ਮਸ਼ੀਰ ਦਾ ਬਰਛੀ ਦਾ ਵਾਰ ਖਾਣਾ, ਪਰ ਮੁੱਖ ਜਿਹੜਾ ਸਾਡੇ ਵੱਲ ਹੋਵੇ, ਪਰ ਜਦੋਂ ਬਰਛੀ ਖਾਣਾ ਪਰ ਖਾਣਾ ਛਾਤੀ ਦੇ ਵਿੱਚ। ਬਾਬਾ ਅਜੀਤ ਸਿੰਘ ਜੀ ਦਾ ਮੁੱਖ ਮਹਾਰਾਜ ਦੇ ਵੱਲ, ਉਹਨਾਂ ਦੇ ਤਨ ਦੇ ਉੱਪਰ ਸ਼ਸਤਰ ਵੱਜੇ ਤੇ ਮੈਦਾਨੇ ਜੰਗ ਵਿੱਚ ਜੂਝਦਿਆਂ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਹਨ। ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਹੈ। ਬਾਬਾ ਜੁਝਾਰ ਸਿੰਘ ਜੀ, ਉਹਨਾਂ ਨੇ ਤੱਕਿਆ, ਉਹਨਾਂ ਨੇ ਵੇਖਿਆ, ਨਾਮ ਵੀ ਜੁਝਾਰ ਸੀ, ਜੂਝਣ ਵਾਲਾ ਸੂਰਮਾ। ਉਹਨਾਂ ਨੇ ਵੇਖਿਆ ਕਿ ਭਰਾਤਾ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਬਚਪਨ ਵਿੱਚ ਇਕੱਠੇ ਖੇਲੇ, ਇਕੱਠਿਆਂ ਨੇ ਸ਼ਸਤਰ ਵਿਦਿਆ ਪ੍ਰਾਪਤ ਕੀਤੀ, ਇਕੱਠਿਆਂ ਨੇ ਆਨੰਦਪੁਰ ਸਾਹਿਬ ਤਿਆਗਿਆ, ਇਕੱਠੇ ਚਮਕੌਰ ਸਾਹਿਬ ਆਏ ਤੇ ਭਰਾ ਚਲਾ ਗਿਆ ਮੈਦਾਨੇ ਜੰਗ ਵਿੱਚ ਤੇ ਮੈਂ ਕਿਵੇਂ ਪਿੱਛੇ ਰਹਿ ਜਾਵਾਂ। ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ, ਅਰਦਾਸ ਕੀਤੀ ਗਰੀਬ ਨਵਾਜ, ਜਿਵੇਂ ਮੇਰਾ ਭਰਾਤਾ ਮੈਦਾਨੇ ਜੰਗ ਵਿੱਚ ਗਿਆ, ਮੈਨੂੰ ਵੀ ਆਗਿਆ ਕਰੋ, ਮੈਂ ਵੀ ਮੈਦਾਨੇ ਜੰਗ ਵਿੱਚ ਜਾ ਕੇ ਜੂਝਣਾ ਚਾਹੁੰਦਾ। ਮਹਾਰਾਜ ਕਲਗੀਧਰ ਬੜੇ ਪ੍ਰਸੰਨ ਹੋਏ ਆਪਣੇ ਪੁੱਤਰ ਦੀ ਸੂਰਬੀਰਤਾ ਨੂੰ ਵੇਖ ਕੇ। ਇਤਿਹਾਸਕਾਰ ਲਿਖਦੇ ਕਿ ਆਪਣੇ ਕਮਰ ਦੇ ਜਿਹੜਾ ਸ਼ਸਤਰ ਸੀ ਨਾ, ਕਲਗੀਧਰ ਜੀ ਦਾ ਆਪਣੇ ਗਾਤਰੇ ਦਾ ਜਿਹੜਾ ਸ਼ਸਤਰ ਸੀ, ਉਹ ਕੱਢ ਕੇ ਛੋਟਾ ਤੇਗਾ ਬਾਬਾ ਜੁਝਾਰ ਸਿੰਘ ਨੂੰ ਦਿੱਤਾ। ਆਖਿਆ ਕਿ ਇਹ ਸ਼ਸਤਰ ਲੈ ਜਾਓ ਤੇ ਜਾ ਕੇ ਵੈਰੀ ਨਾਲ ਜੰਗ ਕਰੋ। ਭਾਈ ਦਇਆ ਸਿੰਘ ਫਿਰ ਬੇਨਤੀ ਕਰਦੇ, ਮਹਾਰਾਜ ਇੱਕ ਪੁੱਤਰ ਰਹਿ ਗਿਆ, ਇੱਕ ਤਾਂ ਰੱਖ ਲਓ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬਾਬਾ ਦਇਆ ਸਿੰਘ ਜੀ, ਇਹ ਖਾਲਸਾ ਪੰਥ ਮੇਰਾ ਪੁੱਤਰ ਹੀ ਹੈ। ਇਹਨਾਂ ਵਿੱਚ ਮੈਂ ਪੰਥ ਵਿੱਚ ਪੁੱਤਰਾਂ ਵਿੱਚ ਰੰਚਕ ਮਾਤਰ ਭੇਦ ਫਰਕ ਨਹੀਂ ਜਾਣਦਾ। ਇਸ ਕਰਕੇ ਬਾਬਾ ਜੁਝਾਰ ਸਿੰਘ ਜੀ ਸ਼ਸਤਰ ਲੈ ਕੇ ਤੇ 5 ਸਿੱਖਾਂ ਦਾ ਜਥਾ ਲੈ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲੇ ਹਨ। ਸਾਧ ਸੰਗਤ ਜੀ, ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦਾ ਦੁੱਖ ਬਾਬਾ ਜੁਝਾਰ ਸਿੰਘ ਕੋਲੋਂ ਸਹਿਆ ਨਹੀਂ ਗਿਆ।
ਖੰਡਾ ਪਕੜ ਕੇ ਆਪਣੇ ਭਰਾ ਦੇ ਮਗਰ ਚੱਲ ਪਏ ਕਿ ਆਪਾਂ ਵੀ ਜਾ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਨਾ ਹੈ। ਭਾਏ ਜਿਨ ਸ਼ਸਤਰ ਕਰੇ। ਇਸੇ ਪ੍ਰਕਾਰ ਉਹਨਾਂ ਨੇ ਮੈਦਾਨੇ ਜੰਗ ਵਿੱਚ ਜਾ ਕੇ ਜਿਵੇਂ ਭਰਾ ਨੇ ਕਹਿੰਦੇ ਸ਼ਸਤਰ ਚਲਾਏ ਤੇ ਵੈਰੀ ਦੇ ਆਹੂ ਲਾ ਦਿੱਤੇ, ਤੇ ਆਪਣੇ ਭਰਾਤਾ ਜੀ ਬਾਬਾ ਅਜੀਤ ਸਿੰਘ ਵਾਂਗੂ ਬਾਬਾ ਜੁਝਾਰ ਸਿੰਘ ਨੇ ਸ਼ਸਤਰ ਚਲਾਏ ਤੇ ਉਹਨਾਂ ਦੀ ਚੰਡੀ ਆਕਾਸ਼ ਦੇ ਵਿੱਚ ਮੈਦਾਨੇ ਜੰਗ ਵਿੱਚ ਇਉਂ ਲਿਸ਼ਕਾਂ ਮਾਰਦੀ ਜਿਵੇਂ ਆਕਾਸ਼ ਵਿੱਚ ਬਿਜਲੀ ਲਿਸ਼ਕਦੀ ਹੋਵੇ, ਤੇ ਬਿਜਲੀ ਜਿਵੇਂ ਤੇਜ਼ੀ ਨਾਲ ਹਰ ਪਾਸੇ ਪ੍ਰਵੇਸ਼ ਕਰ ਜਾਂਦੀ ਹੈ। ਉਹਨਾਂ ਦੀ ਚੰਡੀ, ਉਹਨਾਂ ਦੀ ਤਲਵਾਰ ਇਸੇ ਪ੍ਰਕਾਰ ਵੈਰੀਆਂ ਦੇ ਸਰੀਰ ਵਿੱਚੋਂ ਆਰ ਪਾਰ ਹੋ ਜਾਂਦੀ, ਸੁੱਕੀ ਲੰਘ ਜਾਂਦੀ ਹੈ। ਜਿਹੜਾ ਵੀ ਸਨਮੁਖ ਆ ਕੇ ਅੜਦਾ ਉਹਨੂੰ ਮਾਰ ਮਕਾਉਂਦੇ, ਸੋਧਾ ਲਾ ਕੇ ਸੱਥਰ ਵਿਛਾ ਦਿੰਦੇ ਹਨ। ਜਿਹੜਾ ਨੇੜੇ ਆ ਗਿਆ ਤੇ ਢਾਲ ਲੈ ਕੇ ਉਹਦੇ ਮੂੰਹ ਤੇ ਮਾਰੀ, ਢਾਲ ਦੇ ਨਾਲ ਹੀ ਖਤਮ ਕਰ ਦਿੱਤਾ। ਤੇ ਕਿਸੇ ਨੂੰ ਆਪਣੀ ਭਗੌਤੀ ਸੁਹਾ ਦਿੱਤੀ, ਭਾਵ ਆਪਣੀ ਸ੍ਰੀ ਸਾਹਿਬ ਦੇ ਨਾਲ ਪਾਰ ਬੁਲਾ ਕੇ ਦੋ ਟੋਟੇ ਕਰ ਦਿੱਤੇ ਹਨ। ਬਾਬਾ ਜੁਝਾਰ ਸਿੰਘ ਦਾ ਸ਼ਸਤਰ ਜਿਹਦੇ ਸਰੀਰ ਦੇ ਨਾਲ ਇੱਕ ਵਾਰੀ ਸਪਰਸ਼ ਕਰ ਜਾਂਦਾ ਉਹਨੂੰ ਕੱਟ ਕੇ ਦੋ ਟੋਟੇ ਬਣਾ ਦਿੰਦਾ ਹੈ। ਕੋਈ ਵੀ ਡਰਦਾ ਮਾਰਾ ਬਾਬਾ ਜੁਝਾਰ ਸਿੰਘ ਜੀ ਦੇ ਸਨਮੁਖ ਨਹੀਂ ਅੜਿਆ। ਉਹਨਾਂ ਨੇ ਦੂਰੋਂ ਹੀ ਫਿਰ ਬੰਦੂਕਾਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਵੇਖਿਆ ਵੀ ਹੱਥੋਂ ਹੱਥੀ ਸ਼ਸਤਰ ਚਲਾ ਕੇ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਤੇ ਦੂਰੋਂ ਹੀ ਉਹਨਾਂ ਨੇ ਸ਼ਸਤਰ ਚਲਾਣੇ ਸ਼ੁਰੂ ਕਰ ਦਿੱਤੇ। ਬੰਦੂਕਾਂ, ਤੀਰ ਆਦਿਕ ਦੀ ਭਰਮਾਰ ਵਰਖਾ ਕਰ ਦਿੱਤੀ ਹੈ। ਇਸ ਪ੍ਰਕਾਰ ਦੋਨਾਂ ਭਰਾਵਾਂ ਨੇ ਬੜਾ ਭਿਅੰਕਰ ਚਮਕੌਰ ਸਾਹਿਬ ਵਿਖੇ ਜੰਗ ਕੀਤਾ ਹੈ। ਵੈਰੀਆਂ ਦੇ ਸੱਥਰ ਵਿਛਾ ਦਿੱਤੇ ਬਾਬਾ ਜੁਝਾਰ ਸਿੰਘ ਨੇ। ਕਹਿੰਦੇ 3-3 ਮੀਲ ਤੱਕ ਉਹਨਾਂ ਨੇ ਜੰਗ ਕੀਤਾ। ਬਾਬਾ ਜੁਝਾਰ ਸਿੰਘ ਨੇ ਕਹਿਣਾ ਸੌਖਾ 3 ਮੀਲ, ਪਰ ਜਦੋਂ ਕੋਈ ਤੁਰਨਾ ਪੈਂਦਾ ਉਦੋਂ ਹੀ ਪਤਾ ਲੱਗਦਾ ਵੀ 3 ਮੀਲ ਕਿੰਨਾ ਹੁੰਦਾ ਹੈ। 4 ਚੁਫੇਰੇ ਟਿੱਡੀ ਦਲ ਵੈਰੀ ਦਾ ਛਾਇਆ ਹੋਇਆ। ਉਸ ਵੈਰੀ ਦਲ ਨੂੰ ਫਹਿੰਦਿਆਂ, ਨਾਸ਼ ਕਰਦਿਆਂ, ਮਲਦਿਆਂ, ਦਲਦਿਆਂ ਬਾਬਾ ਜੁਝਾਰ ਸਿੰਘ ਜੀ 3-3 ਮੀਲ ਤੱਕ ਜੰਗ ਕਰਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ। ਸੋ ਇਸੇ ਪ੍ਰਕਾਰ 1762 ਸੰਮਤ ਵਿੱਚ, ਯਾਨੀ ਕਿ 1705 ਈਸਵੀ ਦਾ ਸਮਾਂ ਬਣਦਾ ਹੈ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਦੋਨੇ ਬੱਚੇ ਸਨ, ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਦੋਹਾਂ ਨੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਧਰਮ ਯੁੱਧ ਕਰਦਿਆਂ, ਦੁਸ਼ਟਾਂ ਦਾ ਸੋਧਾ ਲਾਉਂਦਿਆਂ ਹੋਇਆ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਲਿਆ ਹੈ। ਸਾਰਾ ਦਿਨ ਗਹਿ ਗੱਚ ਲੜਾਈ ਹੋਈ। ਸੋਚਣ ਵਾਲੀ ਗੱਲ 10 ਲੱਖ ਦੀ ਫੌਜ ਨਾਲ ਕੇਵਲ ਲੜਨ ਵਾਲੇ 40 ਸਿੱਖ ਸਨ। ਕੱਲ ਬੇਨਤੀ ਕੀਤੀ ਸੀ, ਟੋਟਲ ਗਿਣਤੀ ਉਹਨਾਂ ਦੀ 44 ਸੀ। ਗੁਰੂ ਸਾਹਿਬ ਦੇ ਸਮੇਤ 40 ਸਿੱਖ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਨਾਲ 3 ਸਿੱਖ ਇੱਥੋਂ ਹੋਰ ਨਿਕਲੇ ਸਨ। ਤੋ ਗਿਣਤੀ ਦੇ ਜਿਹੜੇ ਸਿੱਖ ਸਾਰਾ ਦਿਨ ਉੱਥੇ ਵੈਰੀਆਂ ਨਾਲ ਜੰਗ ਕਰਦੇ ਰਹੇ। ਜੰਗ ਕਰਦਿਆਂ ਇਸ ਪ੍ਰਕਾਰ ਸਾਂਝ ਦਾ ਸ਼ਾਮ ਦਾ ਸਮਾਂ ਹੋ ਗਿਆ ਹੈ। ਜਦੋਂ ਚਮਕੌਰ ਦੀ ਗੜੀ ਨੂੰ ਸਰ ਨਹੀਂ ਕਰ ਸਕੇ, ਮੋਰਚਾ ਫਤਿਹ ਨਾ ਹੋਇਆ। ਰਾਜਾ ਭੀਮ ਚੰਦ, ਵਜ਼ੀਰ ਖਾਂ ਆਦਿਕ ਸਭਨਾਂ ਨੇ ਵਿਚਾਰ ਕੀਤੀ ਕਿ ਕੱਲ ਨੂੰ ਦੇਖਾਂਗੇ। ਉਹਨਾਂ ਨੇ 3-3 ਮੀਲ ਦੂਰ ਜਾ ਕਰਕੇ ਨਾ ਆਪਣਾ ਡੇਰਾ ਲਾ ਲਿਆ, ਨੇੜੇ ਨਹੀਂ ਟੁਕੇ, ਕਿਉਂਕਿ ਸੋਚਦੇ ਸਨ ਵੀ ਜੇ ਨੇੜੇ ਗਏ ਤੇ ਕਿਤੇ ਗੁਰੂ ਸਾਹਿਬ ਤੀਰ ਨਾ ਮਾਰ ਦੇਣ। ਸਰਦਾਰ ਆਪ ਪਿੱਛੇ ਹਟ ਗਏ। 3-3 ਮੀਲ ਦੂਰ ਜਾ ਕੇ ਉਹਨਾਂ ਡੇਰਾ ਲਾ ਲਿਆ ਹੈ। ਪਰ ਉਹਨਾਂ ਨੇ 4 ਚੁਫੇਰੇ ਗੜੀ ਦੇ ਚੁਕਸਾਈ ਕਰ ਦਿੱਤੀ, ਭਾਵ ਕਿ ਉਹਨਾਂ ਨੇ ਪਹਿਰੇਦਾਰ ਆਪਣੇ ਫੌਜੀ ਲਾ ਦਿੱਤੇ ਹਨ। ਮਨੁੱਖ ਨਾਲ ਮਨੁੱਖ ਖੜਾ ਕਰ ਦਿੱਤਾ, ਭਾਵ ਕਿ ਫੌਜੀ ਨਾਲ ਫੌਜੀ ਖੜਾ ਕਰ ਦਿੱਤਾ, ਗੈਪ ਨਹੀਂ ਛੱਡਿਆ ਵਿੱਚ। ਸੋਚਦੇ ਹਨ ਵੀ ਕਿਤੇ ਗੁਰੂ ਸਾਹਿਬ ਵਿੱਚੋਂ ਬਾਹਰ ਨਾ ਨਿਕਲ ਜਾਣ। ਇਸ ਤਰ੍ਹਾਂ ਉਹਨਾਂ ਨੇ ਆਪਣੀਆਂ ਫੌਜਾਂ ਨਾਲ ਨਾ ਇੱਕ ਦੂਜੇ ਨਾਲ ਖੜਾ ਕਰਕੇ ਕੰਧ ਜੀ ਬਣਾ ਦਿੱਤੀ ਹੈ। ਇੱਕ ਦੇ ਨਾਲ ਦੂਜਾ, ਦੂਜੇ ਨਾਲ ਤੀਜਾ, ਤੀਜੇ ਨਾਲ ਚੌਥਾ, ਇਸ ਤਰ੍ਹਾਂ ਫੌਜੀ ਖੜੇ ਕਰ ਦਿੱਤੇ ਹਨ।
ਉਹ ਮਨ ਵਿੱਚ ਸੋਚਦੇ ਨੇ ਕਿ ਇਹਨਾਂ ਦੇ ਵਿੱਚੋਂ ਨਾ ਕੋਈ ਰਾਤ ਨੂੰ ਬਾਹਰ ਨਾ ਲੰਘ ਸਕੇ। ਜੇਕਰ ਕੋਈ ਲੰਘਣ ਦਾ ਯਤਨ ਕਰੇ ਤੇ ਪਤਾ ਲੱਗ ਜਾਏਗਾ। ਇਸ ਤਰ੍ਹਾਂ ਚਮਕੌਰ ਦੀ ਗੜੀ ਦੇ ਚਾਰ ਤੋਂ ਫਿਰ ਉਹਨਾਂ ਘੇਰਾਬੰਦੀ ਕੀਤੀ ਤੇ ਆਪ ਸਰਦਾਰ ਜਿਹੜੇ ਸਨ ਪਿੱਛੇ ਹੋ ਕੇ 3-3 ਮੀਲ ਉਹਨਾਂ ਨੇ ਦੂਰ ਡੇਰਾ ਲਾ ਲਿਆ। ਤੇ ਜਿਹੜੇ ਉੱਥੇ ਫੌਜੀ ਸਿਪਾਹੀ ਖੜੇ ਸਨ ਉਹ ਆਪਸ ਵਿੱਚ ਕਹਿੰਦੇ ਗੁਰ ਰਹਿ ਗੋ ਨਾਹੀ। ਕੋਈ ਤਾਂ ਕਹਿੰਦਾ ਵੀ ਭਾਵੇਂ ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈਏ, ਜਿਹੜੇ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਨਿਕਲ ਗਏ ਤੇ ਅੱਜ ਤੱਕ ਸਾਡੇ ਹੱਥ ਨਹੀਂ ਆਏ ਤੇ ਅਸੀਂ ਉਹਨੂੰ ਇੱਥੇ ਕਿਵੇਂ ਰੋਕ ਲਵਾਂਗੇ। ਉਹ ਕਹਿੰਦੇ ਸਾਡੇ ਰੋਕਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਇੱਥੇ ਰੁਕਣਾ ਨਹੀਂ ਹੈ। ਤੇ ਸਾਧ ਸੰਗਤ ਇੱਕ ਲਿਖਾਰੀ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਨੇ ਜਿਨ੍ਹਾਂ ਦੇ ਘੋੜੇ ਨੂੰ ਪਹਾੜ, ਪਰਬਤ, ਪਾਣੀ ਤੇ ਹਵਾ ਵੀ ਰਾਹ ਦਿੰਦੀ ਹੈ। ਤੇ ਜਿਨ੍ਹਾਂ ਦੇ ਘੋੜੇ ਨੂੰ ਹਵਾ, ਪਰਬਤ, ਪਾਣੀ, ਪਹਾੜ ਵੀ ਰਾਹ ਦਿੰਦੇ ਹੋਵਣ ਤੇ ਉਹਨੂੰ ਇਹ ਫੌਜਾਂ ਕਿਵੇਂ ਰੋਕ ਸਕਦੀਆਂ ਹਨ। ਕਈ ਉਹਨਾਂ ਵਿੱਚ ਇਦਾਂ ਦੇ ਸਨ, ਉਹ ਕਹਿਣ ਲੱਗੇ ਵੀ ਇੱਥੋਂ ਉਡਾਰੀ ਮਾਰ ਕੇ ਕਿੱਥੇ ਚਲੇ ਜਾਣਗੇ। ਇੱਥੇ ਤਾਂ 4 ਕੁੰਟਾਂ ਦੇ ਲੋਕ, ਸੂਬੇਦਾਰ, ਬਾਦਸ਼ਾਹ ਆਦਿਕ ਉਹਨਾਂ ਨੂੰ ਫੜਨ ਵਾਲੇ ਨੇ। ਭਾਵ 4 ਚਫੇਰੇ ਤੋਂ ਘੇਰਾ ਪਿਆ, ਇੰਨੀਆਂ ਫੌਜਾਂ ਨੇ, ਇੱਥੋਂ ਕਿਵੇਂ ਲੰਘ ਕੇ ਬਾਹਰ ਜਾ ਸਕਦੇ ਹਨ। ਲੱਖਾਂ ਹੀ ਲੋਕ ਉਹਨਾਂ ਦੇ 4 ਚਫੇਰੇ ਘੇਰਾਬੰਦੀ ਕਰਕੇ ਬੈਠੇ ਨੇ ਤੇ ਸਾਨੂੰ ਨਹੀਂ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੋਂ ਨਿਕਲ ਜਾਣਗੇ। ਆਖਣ ਲੱਗੇ ਉਹ ਖੰਭ ਲਾ ਕੇ ਉਡਾਰੀ ਮਾਰ ਕੇ ਥੋੜਾ ਕਿਤੇ ਜਾ ਸਕਦੇ ਨੇ, ਜੇ ਜਾਣਗੇ ਤੇ ਸਾਡੇ ਵਿੱਚੋਂ ਹੀ ਲੰਘ ਕੇ ਜਾਣਗੇ। ਤੇ ਨਾ ਹੀ ਉਹਨਾਂ ਕੋਲੋਂ ਖੰਭ ਲਾ ਕੇ ਉੱਡਿਆ ਜਾ ਸਕਦਾ ਤੇ ਨਾ ਹੀ ਉਹ ਜ਼ਮੀਨ ਦੇ ਵਿੱਚ ਧੱਸ ਸਕਦੇ ਹਨ। ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਉਂ ਜਾਣ ਲਓ ਕਿ ਗੱਲ ਸਹੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਸਤੇ ਤੇ ਸਿੰਘਾਂ ਵਾਸਤੇ ਬੜੀ ਔਖੀ ਘੜੀ ਬਣ ਗਈ ਹੈ। ਹੁਣ ਲੋਕ ਜਿਵੇਂ ਆਪਸ ਵਿੱਚ ਗੱਟੀਆਂ ਗਿਣਦੇ ਸਨ, ਵਿਚਾਰਾਂ ਕਰਦੇ ਸਨ, ਵਰਤਾਰਾ ਵਾਕਿਆ ਹੀ ਉਸੇ ਤਰ੍ਹਾਂ ਦਾ ਹੀ ਵਰਤ ਗਿਆ, ਕਿਉਂਕਿ 4 ਚਫੇਰੇ ਘੇਰਾ ਪੈ ਗਿਆ ਤੇ ਗੁਰੂ ਸਾਹਿਬ ਤੇ ਸਿੰਘਾਂ ਵਾਸਤੇ ਨਿਕਲਣਾ ਬੜਾ ਔਖਾ ਹੋ ਗਿਆ ਹੈ। ਸਤਿਗੁਰੂ ਮਹਾਰਾਜ ਨੇ ਜਦੋਂ ਸਿੰਘਾਂ ਵੱਲ 4 ਚਫੇਰੇ ਵੇਖਿਆ ਵੀ ਅਨੇਕਾਂ ਸਿੰਘ ਜਿਹੜੇ ਸ਼ਹੀਦ ਹੋ ਗਏ ਹਨ, ਹੁਣ ਸਾਡੇ ਪਾਸ ਕੋਈ ਬਹੁਤੀ ਲੜਨ ਵਾਲੀ ਫੌਜ ਨਹੀਂ ਬਚੀ ਤੇ ਕਿਸ ਤਰ੍ਹਾਂ ਅਸੀਂ ਇੱਥੇ ਜੰਗ ਵਿੱਚ ਜੂਝਾਂਗੇ ਵੈਰੀ ਨਾਲ। ਸੋ ਇਸੇ ਪ੍ਰਕਾਰ ਲੜਨਾ ਕਰਾਂਗੇ। ਇਸ ਤਰ੍ਹਾਂ ਸਾਹਿਬਜ਼ਾਦੇ ਜਿਹੜੇ ਉਹ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਚਿੱਤ ਦੇ ਵਿੱਚ ਐਸੀ ਸੋਚ ਆਈ ਹੈ, ਇਸ ਤਰ੍ਹਾਂ ਹਜ਼ੂਰ ਵਿਚਾਰ ਕਰਨ ਲੱਗੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਵਿਚਾਰ ਕਰਨ ਲੱਗੇ ਵੀ 2 ਸੁੱਤ 2 ਪੁੱਤਰ ਜਿਹੜੇ ਨੇ ਉਹ ਤਾਂ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੌਂਪ ਦਿੱਤੇ ਨੇ। ਮਹਾਰਾਜ ਮੋਮਤੀ ਤੇ ਖੜੇ ਹੋਏ ਪੁੱਤਰਾਂ ਦੀ ਸ਼ਹਾਦਤ ਨੂੰ ਵੇਖ ਕੇ ਕਹਿੰਦੇ ਸਨ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਵਾਹਿਗੁਰੂ ਇਹ ਤੁਹਾਡੀ ਦਾਤ ਤੁਹਾਨੂੰ ਸੌਂਪ ਦਿੱਤੀ ਹੈ ਤੇ ਅੱਜ ਮੈਂ ਕਰਜ਼ ਮੁਕਤ ਹੋ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਚਾਰ ਕਰਦੇ ਨੇ ਕਿ 2 ਸੁੱਤ 2 ਪੁੱਤਰ ਪ੍ਰਮਾਤਮਾ ਨੂੰ ਸੌਂਪ ਦਿੱਤੇ ਨੇ, ਜਿਹਦੀ ਵਸਤੂ ਉਹਨੂੰ ਭੇਟ ਕਰ ਦਿੱਤੀ ਹੈ। ਹਜ਼ੂਰ ਸੋਚਦੇ ਨੇ ਜਿਹੜੇ ਦੂਸਰੇ ਛੋਟੇ ਸਪੁੱਤਰ ਨੇ ਨਾ ਉਹ ਵੀ ਸਾਨੂੰ ਹੁਣ ਬਚਦੇ ਨਜ਼ਰ ਨਹੀਂ ਆ ਰਹੇ। ਅੰਤਰਜਾਮੀ ਜਾਣਦੇ ਸਨ ਕਿ ਉਹਨਾਂ ਦੇ ਨਾਲ ਵਜ਼ੀਰ ਖਾਨ ਦੇ ਪਾਸ ਸਰਹੰਦ ਕੀ ਵਰਤਾਰਾ ਵਰਤਣਾ ਹੈ। ਹਜ਼ੂਰ ਕਹਿੰਦੇ ਕਿਛ ਹੋਵਕ ਉਹਨੇ ਰਜਾਏ, ਇਹ ਅਕਾਲ ਪੁਰਖ ਦੀ ਰਜ਼ਾ, ਉਸ ਮਾਲਕ ਦਾ ਹੁਕਮ ਹੈ ਤੇ ਇਸੇ ਤਰ੍ਹਾਂ ਹੀ ਹੋਣਾ ਹੈ ਤੇ ਅਸੀਂ ਉਸ ਮਾਲਕ ਦੇ ਹੁਕਮ ਨੂੰ ਸਿਰ ਮੱਥੇ ਮੰਨਾਂਗੇ। ਸਤਿਗੁਰੂ ਕਹਿੰਦੇ ਪਰ ਭਲਾ ਹੋਇਆ, ਚੰਗਾ ਹੋਇਆ ਕਿ ਅਸੀਂ ਆਪਣੀ ਸ਼ਹਾਦਤ, ਆਪਣੇ ਪੁੱਤਰਾਂ ਦੀ ਸ਼ਹਾਦਤ, ਸਿੰਘਾਂ ਦੀ ਸ਼ਹਾਦਤ ਤੁਰਕਾਂ ਦੇ ਸਿਰ ਲਾ ਦਿੱਤੀ ਹੈ। ਸਾਡੇ ਵੱਡੇ ਵਡੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਪੂਰਨ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ ਸੀ,
ਬਾਬਰ ਨੂੰ ਕਿ ਰਾਜ ਦੇਣ ਲੱਗੇ ਹਾਂ, ਪਰ ਜ਼ੁਲਮ ਕਰੇਗਾ ਤੇ ਸੀਸ ਦੇ ਕੇ, ਤਨ ਦੇ ਕੇ ਅਸੀਂ ਆਪਣੀ ਸ਼ਹਾਦਤ ਦੇ ਕੇ ਰਾਜ ਖੋਹ ਲਵਾਂਗੇ। ਇਸ ਤਰ੍ਹਾਂ ਸਾਡੇ ਵੱਡੇ ਸਤਿਗੁਰੂ ਸਾਹਿਬਾਨ ਜੀ ਦੇ ਬਚਨ ਸੰਪੂਰਨ ਹੋ ਗਏ ਹਨ। ਸਤਿਗੁਰੂ ਕਲਗੀਧਰ ਜੀ ਨੇ ਵਿਚਾਰ ਕੀਤੀ ਤੇ ਫਿਰ ਮਨ ਵਿੱਚ ਸੋਚਣ ਲੱਗੇ, ਅਸੀਂ ਵੀ ਇਸੇ ਪ੍ਰਕਾਰ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਜਾਵਾਂਗੇ, ਵੈਰੀਆਂ ਨੂੰ ਸੋਧਾ ਲਾ ਦਿਆਂਗੇ, ਨਾਸ਼ ਕਰ ਦਿਆਂਗੇ। ਇਤਿਹਾਸਕਾਰ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਉਹ ਲਿਖਦੇ ਨੇ, ਕਹਿੰਦੇ ਮਹਾਰਾਜ ਕਲਗੀਧਰ ਜੀ ਨੇ ਰੋਹ ਦੇ ਵਿੱਚ ਆ ਕੇ ਤੀਰ ਚਲਾਏ। ਇਹ ਸਾਰੀ ਵਿਚਾਰ ਕਰਨ ਤੋਂ ਬਾਅਦ ਇੱਕ ਇੱਕ ਤੀਰ 10-10 ਹਜ਼ਾਰ ਵੈਰੀ ਨੂੰ ਪਾਰ ਕਰ ਗਿਆ। ਇਹੋ ਜਿਹਾ ਰੋਹ ਸੀ, ਵੀਰ ਰਸ ਸੀ ਮਹਾਰਾਜ ਦੇ ਅੰਦਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਜਦੋਂ ਵੇਖਿਆ ਸਿੰਘਾਂ ਨੇ, ਕਿਉਂਕਿ ਨੌਟੰਕੀ ਕਮਾਨ ਸੀ ਨਾ, ਜਿਹਦਾ ਜ਼ਿਕਰ ਕੱਲ ਵੀ ਕੀਤਾ ਸੀ, ਜਿਹੜੀ ਨੌਟੰਕੀ ਕਮਾਨ ਹੈ, ਜਿਹੜੀ ਕਲਗੀਧਰ ਜੀ ਦੀ ਕਮਾਨ ਅੱਜ ਵੀ ਸੁਸ਼ੋਭਤ ਹੈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ। ਕਰੀਬਨ 7 ਤੋਂ 8 ਫੁੱਟ ਦੀ ਹਾਈਟ ਹੈ ਤੇ ਇਤਿਹਾਸਕਾਰ ਵੀ ਲਿਖਦੇ ਨੇ ਕਰੀਬਨ ਉਹ 6 ਤੋਂ 8 ਇੰਚ ਦੇ ਵਿੱਚ ਥਿਕ ਹੈ। ਉਹ ਲੱਕੜ ਦੀ ਹੈ ਨਾਲੇ ਕਮਾਨ। ਤੇ ਇਹਨੂੰ ਨੌਨ ਟੰਕੀ ਕਮਾਨ ਕਿਉਂ ਕਹਿੰਦੇ? ਵੀ ਆਪਾਂ ਸਿੱਧੇ ਸ਼ਬਦਾਂ ਵਿੱਚ ਕਹਿਣਾ ਹੋਵੇ ਤੇ 9 ਮਣ ਵਜ਼ਨ ਪੈਂਦਾ ਉਹਦੇ ਤੇ। ਜੇ ਪਾਉਂਡ ਵਿੱਚ ਗਿਣਨਾ ਹੋਵੇ ਤੇ 496 ਪਾਉਂਡ ਵਜ਼ਨ ਜਦੋਂ ਉਹਦੇ ਤੇ ਪੈਂਦਾ ਹੈ। ਜੇ ਕਿਲੋਗ੍ਰਾਮ 'ਚ ਗਿਣਨਾ ਹੋਵੇ ਤੇ 225 ਕਿਲੋ ਜਦੋਂ weight ਉਹਦੇ ਤੇ ਪੈਂਦਾ ਉਦੋਂ ਝੁਕਦੀ ਉਹ ਕਮਾਨ। ਇਹਦਾ ਭਾਵ ਤੁਸੀਂ ਇਉਂ ਇਹਦਾ ਪਰਖ ਇੱਦਾਂ ਕਰ ਸਕਦੇ ਹੋ ਕਮਾਨ ਦੀ, ਵੀ ਕਮਾਨ ਨੂੰ ਹੱਥ ਦੇ ਵਿੱਚ ਪਕੜ ਕੇ ਤੇ 225 ਯਾਨੀ 496 LB ਪਾਉਂਡ ਵਜ਼ਨ ਉਹਦੇ ਚਿੱਲੇ ਤੇ ਲਟਕਾ ਦਿਓ, ਉਹ ਫੇਰ ਝੁਕਦੀ ਹੈ। ਇੰਨਾ ਵਜ਼ਨ ਜਦੋਂ ਉਹਦੇ ਚਿੱਲੇ ਤੇ ਲਟਕਾ ਦਿੱਤਾ ਜਾਏ ਨਾ, ਉਹ ਫੇਰ ਝੁਕਦੀ ਹੈ। ਤੇ ਮਹਾਰਾਜ ਜਦੋਂ ਕਮਾਨ ਚਲਾਉਂਦੇ ਸਨ ਨੌ ਟੰਕੀ ਤੇ ਇੰਨਾ ਵਜ਼ਨ ਜਿਹੜਾ ਸੀ ਉਹ ਚਿੱਲੇ ਤੇ ਪਾ ਕੇ ਖਿੱਚਦੇ ਸਨ, ਇੰਨਾ ਦਬਾਅ ਉਹਨੂੰ ਚਾਹੀਦਾ ਹੁੰਦਾ ਸੀ, ਫੇਰ ਤੀਰ ਚੱਲਦਾ ਸੀ। ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਜਿਹੜੀ ਕਮਾਨ ਮਿਲੇਗੀ ਉਹਦੇ ਉੱਤੇ ਕਰੀਬਨ 70 LB ਵਜ਼ਨ ਪਾ ਸਕਦੇ ਹੋ। ਜੇ ਇਸ ਤੋਂ ਵੱਧ ਤੁਹਾਨੂੰ ਚਾਹੀਦੀ ਹੈ ਨਾ, ਜੋ ਕਿ ਸਮੇਂ ਦੀ ਕਮਾਨ ਤੇ 80 LB ਦੀ ਤੁਹਾਨੂੰ ਆਪ ਬਣਵਾਉਣੀ ਪਏਗੀ। ਇੱਕ ਸਿੰਘ ਨੇ ਪਰਖ ਕੀਤੀ, ਜਿਹੜੀ 70 ਤੋਂ 80 LB ਦੀ ਪਾਉਂਡ ਦੀ ਕਮਾਨ ਹੁੰਦੀ ਹੈ, ਉਹਦਾ ਤੀਰ 1 ਸੈਕਿੰਡ ਵਿੱਚ 360 ਫੀਟ ਦੂਰ ਜਾਂਦਾ ਹੈ। 1 ਸੈਕਿੰਡ ਵਿੱਚ 360 ਫੁੱਟ ਦਾ ਰਾਹ ਉਹ ਤੈਅ ਕਰਦਾ ਹੈ। ਜਿਹੜੀ ਕਮਾਨ 80 LB ਦੀ ਕਮਾਨ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਮਾਨ ਜਿਹੜੀ ਹੈ ਉਹ 496 LB ਦੀ ਹੈ। 496 ਪਾਉਂਡ ਦੀ ਹੈ, 225 ਕਿਲੋਗ੍ਰਾਮ ਦੀ ਹੈ। ਉਹਦੇ ਵਜ਼ਨ ਉਹਦੇ ਤੇ ਪੈਂਦਾ ਹੈ। ਤੇ ਤੁਸੀਂ ਹੁਣ ਆਪੇ ਹਿਸਾਬ ਲਾਈ ਜਾਓ ਕਿ ਜਦੋਂ ਉਹਦਾ ਤੀਰ ਨਿਕਲਦਾ ਹੋਵੇਗਾ ਤੇ 1 ਸੈਕਿੰਡ ਵਿੱਚ ਕਿੰਨੇ ਫੀਟ ਦੂਰ ਜਾਂਦਾ ਹੋਵੇਗਾ। ਇਹਦੀ ਇੱਕ ਐਗਜ਼ਾਮਪਲ ਹੈ, ਮਹਾਰਾਜ ਕਲਗੀਧਰ ਜੀ ਦਿੱਲੀ ਵਿਰਾਜਮਾਨ ਸਨ। ਉੱਥੇ ਅਸਥਾਨ ਹੈ ਅੱਜ ਕੱਲ੍ਹ ਗੁਰਦੁਆਰਾ ਮੋਤੀ ਬਾਗ ਸਾਹਿਬ, ਉੱਥੇ ਵਿਰਾਜਮਾਨ ਸਨ, ਦਿੱਲੀ ਦੀ ਗੱਲ ਹੈ। ਤੇ ਲਾਲ ਕਿਲੇ ਵਿੱਚ ਬਹਾਦਰ ਸ਼ਾਹ ਬੈਠਾ ਸੀ। ਤੇ ਜੇ ਆਪਾਂ ਗਰਾਊਂਡ ਲੈਵਲ ਤੇ ਵੇਖੀਏ ਤੇ 15 ਕਿਲੋਮੀਟਰ ਦਾ ਡਿਸਟੈਂਸ ਹੈ, ਉਹ 15 ਕਿਲੋਮੀਟਰ ਪੈਂਦਾ। ਤੇ ਜੇ ਆਕਾਸ਼ ਦੇ ਹਿਸਾਬ ਨਾਲ ਵੇਖੀਏ ਤੇ ਉਹ 10 ਕਿਲੋਮੀਟਰ ਬਣਦਾ ਹੈ। ਮਹਾਰਾਜ ਨੇ ਮੋਤੀ ਬਾਗ ਬੈਠੇ ਹੋਇਆ ਤੀਰ ਮਾਰਿਆ ਬਹਾਦਰ ਸ਼ਾਹ ਦੇ ਮੰਜੇ ਦੇ ਪਾਵੇ ਦੇ ਵਿੱਚ। 10 ਕਿਲੋਮੀਟਰ ਆਕਾਸ਼ ਦੇ ਹਿਸਾਬ ਨਾਲ ਤੇ ਗਰਾਊਂਡ ਲੈਵਲ ਤੇ ਜ਼ਮੀਨੀ ਪੱਧਰ ਤੇ 15 ਕਿਲੋਮੀਟਰ ਦਾ ਰਸਤਾ ਬਣਦਾ ਹੈ। ਤੇ ਗੁਰੂ ਸਾਹਿਬ ਨੇ ਇੰਨੀ ਦੂਰ ਤੋਂ ਤੀਰ ਮਾਰਿਆ। ਇਹ ਨੌਟੰਕੀ ਕਮਾਨ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ। ਇਹ ਵਰਤਾਰਾ ਇੱਧਰ ਵੀ ਵਰਤਿਆ। ਰਾਜੇ ਭੀਮ ਚੰਦ ਦੇ ਮੰਜੇ ਦੇ ਪਾਵੇ ਵਿੱਚ ਤੀਰ ਮਾਰਿਆ ਮਹਾਰਾਜ ਨੇ। ਕਈ ਮੀਲ ਤੋਂ ਤੀਰ ਉਹ ਚੱਲ ਕੇ ਆਇਆ, ਉਹਦੇ ਮੰਜੇ ਦੇ ਪਾਵੇ ਵਿੱਚ ਮਹਾਰਾਜ ਨੇ ਤੀਰ ਮਾਰਿਆ। ਚਿੱਠੀ ਭੇਜੀ ਰਾਜੇ ਨੂੰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਤਮਿਕ ਬਲ ਉਹਨਾਂ ਦਾ, ਇਹ ਸ਼ਕਤੀ ਤੇ ਸਰੀਰਕ ਤੌਰ ਤੇ ਏਡੇ ਬਲਵਾਨ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ। ਸੋ ਇਸ ਕਰਕੇ 10-10 ਹਜ਼ਾਰ ਨੂੰ ਪਾਰ ਲੰਘ ਜਾਂਦਾ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਤੀਰ। ਸ਼ੰਕਾ ਕਰਨ ਵਾਲੇ ਕਰਨ ਪਏ ਵੀ ਕਿੱਦਾਂ ਹੋ ਸਕਦਾ, ਉਹ ਸਾਰੀ ਜ਼ਿੰਦਗੀ ਕਿੱਦਾਂ ਹੋ ਸਕਦਾ, ਇਹਦੇ ਵਿੱਚ ਹੀ ਰਹਿ ਜਾਂਦੇ ਨੇ। ਤੇ ਭਰੋਸਾ ਕਰਨ ਵਾਲੇ ਸੰਸਾਰ ਤੋਂ ਤਰ ਜਾਂਦੇ ਨੇ।
ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵਿਚਾਰ ਕੀਤੀ ਸ਼ਹਾਦਤ ਦਾ ਜਾਮ ਪੀਣਾ ਹੈ। ਭਾਈ ਦਇਆ ਸਿੰਘ ਜੀ ਅਰਦਾਸ ਕਰਦੇ ਨੇ ਸਤਿਗੁਰੂ ਇੱਥੋਂ ਚਲੇ ਜਾਓ। ਮਹਾਰਾਜ ਸਿੰਘਾਂ ਨੂੰ ਕਹਿੰਦੇ ਨਹੀਂ ਸਿੰਘੋ ਤੁਸੀਂ ਜਾਓ, ਅਸੀਂ ਸ਼ਹਾਦਤ ਦਾ ਜਾਮ ਪੀਵਾਂਗੇ, ਤੁਸੀਂ ਸਿੱਖੀ ਦਾ ਪ੍ਰਚਾਰ ਕਰੋ। ਸਤਿਗੁਰੂ ਜੀ ਨੂੰ ਸਿੰਘ ਕਹਿਣ ਲੱਗੇ ਮਹਾਰਾਜ ਤੁਸੀਂ ਗੁਰੂ ਅਸੀਂ ਸਿੱਖ ਹਾਂ, ਅਸੀਂ ਇੱਥੋਂ ਨਹੀਂ ਜਾ ਸਕਦੇ, ਅਸੀਂ ਆਪਣਾ ਸੀਸ ਭੇਟ ਕਰ ਦਿਆਂਗੇ। ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਇੱਥੋਂ ਚਲੇ ਜਾਓ। ਸਤਿਗੁਰੂ ਜੀਓ ਇੱਕ ਦਰਖਤ ਜਿਹੜਾ ਹੈ ਉਹ ਅਨੇਕਾਂ ਬੀਜ ਪੈਦਾ ਕਰ ਦਿੰਦਾ ਹੈ। ਤੁਸੀਂ ਬੀਜ ਰੂਪ ਹੋ, ਜੇ ਤੁਸੀਂ ਹੋਵੋਗੇ ਤੇ ਅਨੇਕਾਂ ਖਾਲਸੇ ਪੈਦਾ ਕਰ ਦਿਓਗੇ। ਸਤਿਗੁਰੂ ਜੀ ਤੁਹਾਡਾ ਤੇ ਤੁਹਾਡਾ ਹੋਣਾ, ਤੁਹਾਡੀ ਜ਼ਰੂਰਤ ਬੜੀ ਹੈ ਪੰਥ ਨੂੰ, ਇਸ ਕਰਕੇ ਤੁਸੀਂ ਇੱਥੋਂ ਜਾਓ। ਕਹਿੰਦੇ 5 ਸਿੰਘਾਂ ਨੇ ਅਰਦਾਸ ਕੀਤੀ, ਮਹਾਰਾਜ ਨੂੰ ਹੁਕਮ ਕੀਤਾ ਕਲਗੀਧਰ ਜੀ ਨੂੰ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਦਾ। ਮਹਾਰਾਜ ਜੰਗ ਕਰਨਾ ਚਾਹੁੰਦੇ ਸਨ ਪਰ ਸਿੰਘਾਂ ਨੇ ਹੁਕਮ ਕਰ ਦਿੱਤਾ ਸਤਿਗੁਰੂ ਖਾਲਸੇ ਦਾ ਹੁਕਮ ਹੈ, ਤੁਹਾਨੂੰ ਚਮਕੌਰ ਦੀ ਗੜੀ ਛੱਡਣੀ ਪਵੇਗੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸੇ ਪੰਥ ਦਾ ਹੁਕਮ ਸਿਰ ਮੱਥੇ ਮੰਨਿਆ, ਤਾਂ ਚਮਕੌਰ ਸਾਹਿਬ ਸਤਿਗੁਰੂ ਛੱਡ ਕੇ ਗਏ। ਕਿਸੇ ਨੇ ਇੱਕ ਵਾਰ ਕਿੰਤੂ ਪਰੰਤੂ ਕੀਤਾ ਸੀ, ਮਹਾਰਾਜ ਇੱਥੋਂ ਚਲੇ ਗਏ, ਪਰ ਉਹਨਾਂ ਨੇ ਕਦੇ ਇਹ ਪੱਖ ਨਹੀਂ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ 5 ਸਿੰਘਾਂ ਨੇ ਹੁਕਮ ਕੀਤਾ, ਉਹਨਾਂ ਵਾਰ-ਵਾਰ ਕਿਹਾ ਮਹਾਰਾਜ ਨੂੰ ਮਜਬੂਰ ਕਰ ਦਿੱਤਾ ਜਾਣ ਵਾਸਤੇ, ਤਾਂ ਸਤਿਗੁਰੂ ਇੱਥੋਂ ਗਏ ਸਨ। ਤੇ ਜਾਣ ਤੋਂ ਪਹਿਲਾਂ ਸਤਿਗੁਰੂ ਜੀ ਮਨ ਵਿੱਚ ਵਿਚਾਰ ਕਰਨ ਲੱਗੇ ਅਬ ਹਮ ਖਾਲਸਾ ਦਿਓ ਗੁਰਾਈ, ਹੁਣ ਅਸੀਂ ਆਪਣੇ ਖਾਲਸੇ ਪੰਥ ਨੂੰ ਗੁਰਤਾ ਗੱਦੀ ਦੇਣਾ ਚਾਹੁੰਦੇ, ਗੁਰਿਆਈ ਦੇਣਾ ਚਾਹੁੰਦੇ ਹਾਂ। ਸਤਿਗੁਰੂ ਚਾਹੁੰਦੇ ਨੇ ਕਿ ਮੈਂ ਆਪਣਾ ਗੁਰਤਾ ਗੱਦੀ ਦਾ ਟਿੱਕਾ ਆਪਣੇ ਖਾਲਸੇ ਨੂੰ ਲਾ ਦਿਆਂ। ਇਹ ਵਿਚਾਰ ਕਰਕੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਬੈਠੇ ਹੋਏ ਸਨ, ਬੰਗਾਲ ਦਾ ਰਹਿਣ ਵਾਲਾ ਸਿੱਖ ਭਾਈ ਸੰਤ ਸਿੰਘ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੇ ਅਸਥਾਨ ਦੇ ਉੱਤੇ ਬਿਰਾਜਮਾਨ ਕਰਵਾਇਆ ਹੈ। ਭਾਈ ਸੰਤ ਸਿੰਘ ਜੀ ਨੇ ਵੇਖਿਆ ਮਹਾਰਾਜ ਇਹ ਕੀ ਕੌਤਕ ਕਰਨ ਲੱਗੇ ਹੋ। ਹਜ਼ੂਰ ਕਹਿੰਦੇ ਭਾਈ ਸੰਤ ਸਿਆਂ ਖਾਮੋਸ਼ ਰਹੋ। ਸਤਿਗੁਰਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਆਪਣੀ ਪਗੜੀ ਆਪਣੀ ਦਸਤਾਰ ਭਾਈ ਸੰਤ ਸਿੰਘ ਦੇ ਸੀਸ ਦੇ ਉੱਪਰ ਇਸੇ ਪ੍ਰਕਾਰ ਸਵਾਰੀ ਹੈ, ਬੰਨੀ ਹੈ। ਸਤਿਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਉਹਨਾਂ ਦੇ ਸੀਸ ਤੇ ਦਮਾਲਾ ਸਜਾਇਆ ਹੈ। ਆਪਣੇ ਕਰ ਕਮਲਾਂ ਨਾਲ ਆਪਣੀ ਕਲਗੀ ਜਿਹੜੀ ਸੀ ਭਾਈ ਸੰਤ ਸਿੰਘ ਦੇ ਸੀਸ ਤੇ ਸਜਾ ਦਿੱਤੀ ਹੈ। ਆਪਣੀ ਜਿਹੜੀ ਪੋਸ਼ਾਕ ਸੀ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਭਾਈ ਸੰਤ ਸਿੰਘ ਨੂੰ ਪਹਿਨਾਈ ਹੈ। ਕਲਗੀਧਰ ਜੀ ਨੇ ਜਿਹੜਾ ਸਿੱਖ ਸੀਗਾ ਸਿੰਘ ਸੀਗਾ ਉਹਨੂੰ ਆਪਣਾ ਸਰੂਪ ਜਿਹੜਾ ਉਹ ਬਖਸ਼ਿਸ਼ ਕਰ ਦਿੱਤਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਉੱਪਰ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਟਿਕਾਇਆ, ਉਹਨਾਂ ਨੂੰ ਬਿਠਾਇਆ ਤੇ ਨਮਸਕਾਰ ਕੀਤੀ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਸੱਦ ਲਿਆ ਤੇ 5 ਸਿੰਘਾਂ ਨੂੰ ਭਾਈ ਸੰਤ ਸਿੰਘ ਜੀ ਉਹਨਾਂ ਨੂੰ ਮਹਾਰਾਜ ਨੇ ਆਪਣੀ ਕਲਗੀ ਸਜਾਈ, ਦਤਾਰ ਸਜਾਈ, ਆਪਣੇ ਸ਼ਸਤਰ ਸਜਾਏ ਤੇ ਉਪਰੰਤ ਸਿੰਘਾਂ ਨੂੰ ਬੁਲਾ ਕੇ ਤੇ ਪਰਿਕਰਮਾ ਕਰਕੇ ਨਮਸਕਾਰ ਕੀਤੀ ਤੇ ਖਾਲਸੇ ਨੂੰ ਹੁਕਮ ਕੀਤਾ ਵੀ ਇਹਨਾਂ ਨੂੰ ਭਾਈ ਨਮਸਕਾਰ ਕਰੋ। ਅੱਜ ਤੋਂ ਬਾਅਦ ਖਾਲਸਾ ਜਿਹੜਾ ਉਹ ਸਾਡਾ ਸਰਗੁਣ ਸਰੂਪ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਨਿਰਗੁਣ ਸਰੂਪ ਨੇ। ਖਾਲਸੇ ਨੂੰ ਵੀ ਗੁਰਿਆਈ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਤਾਂ ਹੀ ਜਿਹੜਾ ਖਾਲਸਾ ਪੰਥ ਭਾਈ ਇਹ ਖੁਦ ਖੁਦਾ ਹੈ, ਇਹ ਮਾਲਕ ਹੈ, ਇਹ ਖੁਦ ਗੁਰੂ ਹੈ। ਇਹਦੇ ਵਿੱਚ 10ਵੇਂ ਪਾਤਸ਼ਾਹ ਜੀ ਮਹਾਰਾਜ ਆਪ ਵਰਤਦੇ ਹਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਸਿੰਘਾਂ ਨੂੰ ਪਾਤਸ਼ਾਹੀ ਬਖਸ਼ ਦਿੱਤੀ। ਬਚਨ ਆਇਆ ਸੀ ਨਾ ਨਿਹਨੇ ਪਾਤਸ਼ਾਹੀ ਹੋਵੇਗੀ ਤੁਹਾਡੀ, ਇਹ ਪਾਤਸ਼ਾਹੀ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਚਮਕੌਰ ਦੀ ਗੜੀ ਵਿੱਚ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ। ਤੇ ਨਾਲ ਹੀ ਭਾਈ ਸੰਤ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਇਸ ਤਰ੍ਹਾਂ ਸਮਝਾਇਆ ਹੈ। ਕਹਿਣ ਲੱਗੇ ਸੰਤ ਸਿੰਘ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਜਾਇਓ, ਤੁਰਕਾਂ ਦੇ ਹੱਥ ਜਿਉਂਦਿਆਂ ਗ੍ਰਿਫਤਾਰ ਨਹੀਂ ਹੋਣਾ। ਜਦੋਂ ਵੈਰੀ ਚੜ੍ਹ ਕੇ ਆਉਣਗੇ ਤੇ ਮੈਦਾਨੇ ਜੰਗ ਵਿੱਚ ਉਹਨਾਂ ਨਾਲ ਯੁੱਧ ਕਰਕੇ ਸ਼ਹੀਦ ਹੋ ਜਾਣਾ ਹੈ।
ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਭਾਈ ਜੈਤਾ ਜੀ ਕਹਿੰਦੇ ਆ, ਰੰਗਰੇਟੇ ਗੁਰੂ ਕੇ ਬੇਟੇ, ਤੇ ਸਾਧ ਸੰਗਤ ਜੀ ਬੰਦੂਕੀ ਖੂਬ ਅਕਵਾਏ, ਬੜੇ ਚੰਗੇ ਬੰਦੂਕਚੀ ਸਨ। ਭਾਵ ਉਹਨਾਂ ਨੂੰ ਬੰਦੂਕ ਚਲਾਣੀ ਆਉਂਦੀ ਸੀ। ਉਹਨਾਂ ਦਾ ਨਿਸ਼ਾਨਾ ਜਿਹੜਾ ਕਦੇ ਵੀ ਖਾਲੀ ਨਹੀਂ ਸੀ ਜਾਂਦਾ। ਗੁਰੂ ਸਾਹਿਬ ਜੀ ਨੇ ਜਿੰਨੇ ਵੀ ਉੱਪਰ ਬੁਰਜ ਸਨ ਗੜੀ ਦੇ ਉੱਪਰਲੇ ਪਾਸੇ, ਉਹਨਾਂ ਬੁਰਜਾਂ ਦੇ ਵਿੱਚ ਸਿੱਖ ਬਿਠਾ ਦਿੱਤੇ ਵੀ 4 ਚੁਫੇਰੇ ਤੋਂ ਵੈਰੀ ਚੜ੍ਹ ਕੇ ਆਣ ਤੇ ਉਹਨਾਂ ਤੇ ਹਮਲਾ ਕਰਨਾ ਹੈ। ਇੱਕ ਬੁਰਜ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਬੈਠੇ, ਇੱਕ ਬੁਰਜ ਵਿੱਚ ਭਾਈ ਸੰਤ ਸਿੰਘ ਜੀ ਆਦਿਕ ਸਿੱਖ ਬੈਠੇ, ਤੇ ਬਾਬਾ ਜੀਵਨ ਸਿੰਘ ਜੀ ਜਿਸ ਬੁਰਜ ਦੇ ਵਿੱਚ ਬੈਠੇ ਹੋਏ ਹਨ ਉੱਥੇ ਬਹਿ ਕੇ ਗੋਲੀਆਂ ਚਲਾਉਂਦੇ ਹਨ। ਇਸ ਤਰ੍ਹਾਂ ਜਿੰਨੇ ਵੀ ਬੁਰਜ ਸਨ ਉਹਨਾਂ ਬੁਰਜਾਂ ਵਿੱਚ ਮਹਾਰਾਜ ਨੇ ਸਿੰਘ ਬਿਠਾ ਦਿੱਤੇ। ਜੰਗ ਕਰਦਿਆਂ ਹੋਇਆਂ ਸਿੰਘਾਂ ਦਾ ਦਾਰੂ ਸਿੱਕਾ ਜਿਹੜਾ ਸੀ ਉਹ ਖਤਮ ਹੋ ਗਿਆ। ਭਾਈ ਜੀਵਨ ਸਿੰਘ ਜੀ ਦੇ ਪਾਸ ਵੀ ਦਾਰੂ ਸਿੱਕਾ ਖਤਮ ਹੋ ਗਿਆ। ਥੱਕੇ ਸਨ, ਉਧਰ ਨੀਂਦ ਨੇ ਵੀ ਤੰਗ ਕੀਤਾ ਹੋਇਆ ਸੀ, ਕਈ ਦਿਨਾਂ ਦੇ ਨਿੰਦਰਾਏ ਹੋਏ ਸਨ। ਇਸ ਪ੍ਰਕਾਰ 40 ਸਿੱਖ ਸਨ ਚਮਕੌਰ ਦੀ ਗੜੀ ਦੇ ਵਿੱਚ। ਕੁਝ ਕੁ ਸਿੰਘ ਜ਼ਖਮੀ ਹੋਏ ਪਏ ਸਨ ਤੇ ਕੁਝ ਸਿੰਘ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਸਨ। ਕੁਝ ਬਾਹਰ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ ਤੇ ਕੁਝ ਅੰਦਰਲੇ ਪਾਸੇ ਸ਼ਹੀਦ ਹੋ ਗਏ ਹਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੰਘਾਂ ਨੂੰ ਵੇਖ ਕੇ ਮਨ ਵਿੱਚ ਬੜਾ ਸੰਸਾ ਕਰਦੇ, ਭਾਵ ਚਿੰਤਾ ਕਰਦੇ ਨੇ, ਕਿਉਂਕਿ ਸਿੰਘਾਂ ਨਾਲ ਪ੍ਰੇਮ ਕਰਦੇ ਹਨ। ਸੋ ਭਾਈ ਸਾਹਿਬ ਜੀ ਨੇ ਇੱਕ ਨਵੇਕਲਾ ਜ਼ਿਕਰ ਕੀਤਾ ਕਿ ਜਿਹੜਾ ਗਨੀ ਖਾਂ ਸੀਗਾ, ਗਨੀ ਖਾਂ ਤੇ ਨਬੀ ਖਾਂ 2 ਭਰਾ ਸਨ। ਇਹਨਾਂ ਨੂੰ ਬੜੀਆਂ ਬਖਸ਼ਿਸ਼ਾਂ ਕਲਗੀਧਰ ਜੀ ਨੇ ਕੀਤੀਆਂ। ਪ੍ਰੇਮੀ ਸਿੱਖ ਸਨ ਮਹਾਰਾਜ ਦੇ, ਤੇ ਉਹਨਾਂ ਵਿੱਚੋਂ ਇੱਕ ਗਨੀ ਖਾਂ ਜਿਹੜਾ ਸੀ ਉਹ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੀਗਾ। ਗਨੀ ਖਾਂ ਦਾ ਜਿਹੜਾ ਭਰਾ ਨਬੀ ਖਾਂ ਸੀ। ਹਾਲਾਂਕਿ ਭਾਈ ਸੰਤੋਖ ਸਿੰਘ ਜੀ ਨੇ ਇਹ ਜ਼ਿਕਰ ਕੀਤਾ ਵੀ ਇਹ ਬਾਅਦ ਵਿੱਚ ਮਹਾਰਾਜ ਨੂੰ ਮਿਲੇ ਸਨ। ਜਦੋਂ ਮਾਛੀਵਾੜੇ ਮਹਾਰਾਜ ਗੁਲਾਬੇ ਦੇ ਘਰ ਦੇ ਵਿੱਚ ਗਏ, ਉਸ ਤੋਂ ਬਾਅਦ ਇਹਨਾਂ ਦਾ ਮੇਲ ਗੁਰੂ ਸਾਹਿਬ ਜੀ ਨਾਲ ਹੋਇਆ ਤੇ ਜਦੋਂ ਉੱਚ ਦੇ ਪੀਰ ਬਣ ਕੇ ਗਏ। ਪਰ ਭਾਈ ਰਤਨ ਸਿੰਘ ਹਰਾਂ ਨੇ ਇੱਥੇ ਹੀ ਜ਼ਿਕਰ ਕੀਤਾ, ਕਿਉਂਕਿ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਕਾਫੀ ਤੁਰਕ ਜਿਹੜੇ ਸਨ ਉਹ ਰਹਿੰਦੇ ਸਨ। ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਸ਼ਹਾਦਤ ਹੋਈ ਤੇ ਜਿਹੜਾ ਕੋਤਵਾਲ ਦਰੋਗਾ ਸੀ ਨਾ ਜੇਲ੍ਹ ਦਾ, ਜਿੱਥੇ ਮਹਾਰਾਜ ਨੂੰ ਬੰਦ ਕੀਤਾ ਗਿਆ ਸੀ, ਉਹ ਸਤਿਗੁਰਾਂ ਦਾ ਸ਼ਰਧਾਲੂ ਹੋ ਗਿਆ। ਉਹਨੇ ਅਰਦਾਸ ਕੀਤੀ 9ਵੇਂ ਪਾਤਸ਼ਾਹ ਨੂੰ, ਮਹਾਰਾਜ ਵੀ ਮੇਰੇ ਨਾਲ ਚੱਲੋ, ਤੁਸੀਂ ਮੇਰੇ ਗੁਰੂ ਬਣ ਕੇ, ਮੈਂ ਤੁਹਾਨੂੰ ਇੱਥੋਂ ਖੋਲ ਕੇ ਲੈ ਜਾਣਾ ਤੇ ਕਿਤੇ ਆਪਾਂ ਚੱਲਦੇ ਹਾਂ, ਤੇ ਮੇਰੇ ਅੰਡਰ ਜਿੰਨੇ ਵੀ ਫੌਜੀ ਸਿਪਾਹੀ ਰਹਿੰਦੇ ਨਾ ਮੈਂ ਸਾਰੇ ਨਾਲ ਲੈ ਕੇ ਜਾਵਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਗੁਰਮੁਖਾ, ਤੇਰੀ ਸੇਵਾ ਪ੍ਰਵਾਨ, ਤੇਰੀ ਭਾਵਨਾ ਪ੍ਰਵਾਨ ਹੈ, ਪਰ ਅਸੀਂ ਸ਼ਹਾਦਤ ਦੇਣੀ ਹੈ। ਹਾਂ ਜੇ ਤੇਰੇ ਮਨ ਵਿੱਚ ਇੰਨਾ ਹੀ ਚਾਅ ਹੈ ਤਾਂ ਇਸ ਤਰ੍ਹਾਂ ਕਰੀ, ਤੂੰ ਅਨੰਦਪੁਰ ਸਾਹਿਬ ਚਲਾ ਜਾਈਂ। ਇਤਿਹਾਸਕਾਰ ਲਿਖਦੇ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਅਨੰਦਪੁਰ ਸਾਹਿਬ ਆ ਗਿਆ। ਸੈਦ ਖਾਂ ਵਰਗੇ ਕਲਗੀਧਰ ਜੀ ਦੇ ਮੁਰੀਦ ਬਣ ਗਏ ਅਨੰਦਪੁਰ ਸਾਹਿਬ ਦੇ ਜੰਗ ਦੇ ਵਿੱਚ। ਸਾਧ ਸੰਗਤ ਪੀਰ ਬੁੱਧੂ ਸ਼ਾਹ ਜਿਹੜਾ ਉਹਦਾ ਸਾਲਾ ਸੀ, ਤੇ ਉਹਨਾਂ ਦੀ ਜਿਹੜੀ ਬੇਗਮ ਉਹਦਾ ਭਰਾ ਸੀ ਸੈਦ ਖਾਂ। ਜਦੋਂ ਬੇਗਮ ਨੂੰ ਭਾਵ ਕਿ ਆਪਣੀ ਭੈਣ ਨੂੰ ਮਿਲਿਆ ਨਾ, ਸੈਦ ਖਾਂ ਆਖਣ ਲੱਗਾ, ਭੈਣ ਜੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦਾ ਜਾਂ ਮੁਰਦਾ ਪਕੜਨ ਚੱਲਿਆ। ਤੇ ਪੀਰ ਬੁੱਧੂ ਸ਼ਾਹ ਦੀ ਘਰਵਾਲੀ ਆਪਣੇ ਭਰਾ ਸੈਦ ਖਾਂ ਨੂੰ ਕਹਿਣ ਲੱਗੀ, ਭਰਾਤਾ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਮਣੇ ਆਉਣ ਤੇ ਉਹਨਾਂ ਦੇ ਚਰਨ ਫੜ ਲਿਓ। ਇਸ ਤਰ੍ਹਾਂ ਹੀ ਹੋਇਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਨਮੁਖ ਆਏ ਨਾ, ਉਹ ਚਾਹੁੰਦਾ ਸੀ ਜੰਗ ਕਰਨਾ ਮਹਾਰਾਜ ਨਾਲ, ਪਰ ਜਦੋਂ ਸਾਹਮਣੇ ਆਏ ਸਤਿਗੁਰਾਂ ਦਾ ਤੇਜ ਪ੍ਰਤਾਪ ਵੇਖ ਕੇ ਤੇ ਉਹ ਗੁਰੂ ਸਾਹਿਬ ਦੇ ਚਰਨੀ ਪੈ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਜੰਗ ਛੱਡ ਕੇ ਚਲਾ ਗਿਆ। ਇਸ ਤਰ੍ਹਾਂ ਬੜੇ ਹੀ ਤੁਰਕ ਜਿਹੜੇ ਮੁਰੀਦ ਸਨ ਮਹਾਰਾਜ ਕਲਗੀਧਰ ਜੀ ਦੇ, ਉਹਨਾਂ ਵਿੱਚੋਂ ਗਨੀ ਖਾਂ ਤੇ ਨਬੀ ਖਾਂ ਇਹ ਵੀ ਸਤਿਗੁਰਾਂ ਦੇ ਮੁਰੀਦ ਸਨ। ਗਨੀ ਖਾਂ ਭਾਈ ਰਤਨ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਦੇ ਨਾਲ ਸੀਗਾ। ਉਹਨੂੰ ਲੱਭਦਾ ਲੱਭਦਾ ਉਹਦਾ ਭਰਾ ਜਿਹੜਾ ਨਬੀ ਖਾਂ ਸੀ ਉਹ ਵੀ ਇਸ ਤਰ੍ਹਾਂ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਗਿਆ ਹੈ। ਹੁਣ ਕੋਈ ਆਖੇ ਵੀ ਉਹ ਕਿਵੇਂ ਆ ਗਿਆ ਜਦੋਂ ਇੰਨਾ ਘੇਰਾ ਪਿਆ ਸੀ। ਉਹ ਮੁਸਲਮਾਨ ਸੀ, ਉਹਦਾ ਪਹਿਰਾਵਾ ਮੁਸਲਮਾਨਾਂ ਵਾਲਾ ਸੀ, ਤੇ ਉਹਨੂੰ ਰੋਕਣਾ ਜਾਂ ਉੱਥੇ ਉਹਦੇ ਉੱਤੇ ਸ਼ੰਸ਼ਾ ਕਰਨਾ ਇਹ ਗੱਲ ਹੋਈ ਨਹੀਂ ਸੀ ਸਕਦੀ। ਇਸ ਪ੍ਰਕਾਰ ਉਹ ਚਮਕੌਰ ਦੀ ਗੜੀ ਦੇ ਵਿੱਚ ਆ ਪਹੁੰਚਿਆ। ਉਹਨੇ ਆਵਾਜ਼ ਮਾਰੀ ਆਪਣੇ ਭਰਾ ਨੂੰ ਆ ਕੇ ਕਿ ਮੈਂ ਤੈਨੂੰ ਲੈਣ ਵਾਸਤੇ ਆਇਆ ਹਾਂ।
रख ले ताहि। ਆਖਣ ਲੱਗਾ ਭਰਾਤਾ ਜੀ ਬਾਹਰ ਆ ਜਾਓ, ਮੈਂ ਤੁਹਾਨੂੰ ਰੱਖ ਲਵਾਂਗਾ, ਬਚਾ ਲਵਾਂਗਾ। ਸੋ ਬਾਤ ਗੁਰ ਕਹਿ ਕਨ ਪਈ। ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੰਨੀ ਪਈ ਹੈ। ਸਤਿਗੁਰੂ ਮਹਾਰਾਜ ਨੇ ਉਹਨੂੰ ਆਪਣੇ ਪਾਸ ਸੱਦਿਆ ਤੇ ਸਾਰੀ ਬਾਤ ਸਮਝਾ ਦਿੱਤੀ ਹੈ। ਸਤਿਗੁਰੂ ਕਹਿੰਦੇ ਗੁਰਮੁਖਾ ਅਸੀਂ ਤੇਰੇ ਨਾਲ ਚੱਲਦੇ ਹਾਂ, ਤੂੰ ਆਪਣੇ ਨਾਲ ਸਾਨੂੰ ਲੈ ਕੇ ਚੱਲ। ਅਸੀਂ ਤੈਨੂੰ ਨਿਹਾਲ ਕਰ ਦਿਆਂਗੇ, ਤੈਨੂੰ ਇਸੇ ਪ੍ਰਕਾਰ ਚੜ੍ਹਦੀ ਕਲਾ ਬਖਸ਼ਿਸ਼ ਕਰਾਂਗੇ। ਯਾਦ ਰੱਖਿਓ ਚਮਕੌਰ ਦੀ ਗੜੀ ਵਿੱਚ ਕੇਵਲ ਸਿੱਧਕੀ ਸਿੱਖ ਸਨ ਮਹਾਰਾਜ ਦੇ, ਤੇ ਗਨੀ ਖਾਂ, ਨਵੀ ਖਾਂ, ਪਠਾਨ ਇਹ ਵੀ ਮਹਾਰਾਜ ਦੇ ਬੜੇ ਸਿੱਧਕੀ ਸਿੱਖ ਸਨ। ਕਹਿੰਦੇ ਸਤਿਗੁਰੂ ਜਿਵੇਂ ਆਪ ਜੀ ਦਾ ਹੁਕਮ ਹੈ, ਸਤਿਗੁਰੂ ਅਸੀਂ ਆਪ ਜੀ ਨੂੰ ਇੱਥੋਂ ਜ਼ਰੂਰ ਨਾਲ ਲੈ ਕੇ ਜਾਵਾਂਗੇ। ਚਮਕੌਰ ਦੀ ਗੜੀ ਵਿੱਚ ਇੱਕ ਜਿਹੜਾ ਬੁਰਜ ਸੀ, ਉਹ ਬੁਰਜ ਦੇ ਵਿੱਚ ਇੱਕ ਛੋਟੀ ਜੀ ਮੋਰੀ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਦੇ ਕੇ ਤੇ ਉਹ ਮੋਰੀ ਖਲਵਾ ਲਈ, ਦਰਵਾਜ਼ਾ ਬਣਾ ਲਿਆ ਹੈ। ਸਤਿਗੁਰਾਂ ਦੀ ਕਮਰ ਗਾਤਰੇ ਵਿੱਚ ਇੱਕ ਖੰਜਰ ਸੀਗਾ ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਕੁਝ ਸੋਨੇ ਦੀਆਂ ਜਿਹੜੀਆਂ ਮੋਹਰਾਂ ਸਨ ਉਹ ਖੀਸੇ ਵਿੱਚ ਜੇਬ ਵਿੱਚ ਪਾ ਲਈਆਂ ਹਨ। ਇਸ ਪ੍ਰਕਾਰ ਜਦੋਂ ਗੜੀ ਵਿੱਚੋਂ ਨਿਕਲ ਕੇ ਸਤਿਗੁਰੂ ਅੱਗੇ ਨੂੰ ਚੱਲੇ ਹਨ, ਚਾਰ ਚਫੇਰੇ ਪਹਿਰੇਦਾਰ ਖੜੇ ਸਨ, ਲੰਘਣ ਦਾ ਕਿਸੇ ਪਾਸੇ ਰਸਤਾ ਨਹੀਂ ਹੈ। ਜੈਸੇ ਮਹਾਰਾਜ ਦੇ ਮਨ ਵਿੱਚ ਵਿਚਾਰ ਆਈ ਵੀ ਇੱਕ ਤਾਂ ਲੰਘਣ ਦਾ ਰਾਹ ਨਹੀਂ, ਤੇ ਜੇ ਚਲੇ ਵੀ ਗਏ ਤੇ ਕਿਤੇ ਤੁਰਕ ਕੱਲ ਨੂੰ ਇਹ ਨਾ ਆਖਣ ਵੀ ਲੁੱਕ ਕੇ ਤੁਰ ਗਏ ਨੇ। ਮਹਾਰਾਜ ਨੇ ਤਾੜੀ ਵਜਾਈ, ਹਿੰਦ ਪੀਰ ਮੇ ਰਵਤ। ਗੁਰੂ ਸਾਹਿਬ ਕਹਿੰਦੇ ਹਿੰਦ ਦਾ ਪੀਰ ਜਾ ਰਿਹਾ, ਜੇ ਫੜ ਸਕਦੇ ਹੋ ਤੇ ਫੜ ਲਓ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਤਰ੍ਹਾਂ 3 ਵਾਰੀ ਤਾੜੀ ਮਾਰੀ, ਇਹ ਬਚਨ ਕਹਿ ਕੇ ਰੌਲਾ ਪਾ ਦਿੱਤਾ ਹੈ। ਸਤਿਗੁਰੂ ਕਹਿੰਦੇ ਹਿੰਦ ਦਾ ਪੀਰ ਜਾ ਰਿਹਾ, ਇਹ ਗੱਲ ਕਹਿ ਸੁਣਾਈ ਹੈ। ਬਸ ਇੰਨੀ ਗੱਲ ਕਹਿਣ ਦੀ ਦੇਰ ਆ, ਰੌਲਾ ਪੈ ਗਿਆ ਉੱਥੇ। ਗੁਰੂ ਗਿਆ, ਗੁਰੂ ਗਿਆ, ਗੁਰੂ ਗਿਆ, ਰੌਲਾ ਪੈ ਗਿਆ ਪਹਾੜੀਆਂ ਤੇ ਤੁਰਕਾਂ ਵਿੱਚ ਆਪਸ ਵਿੱਚ। ਜਦੋਂ ਉਹ ਰੌਲਾ ਪਾਉਣ ਲੱਗੇ ਤੇ ਮਹਾਰਾਜ ਵੀ ਕਹਿਣ ਲੱਗੇ ਵੀ ਉਹ ਚਲਾ ਗਿਆ ਭਾਈ ਹਿੰਦ ਦਾ ਪੀਰ, ਹੋ ਗਿਆ ਗੁਰੂ, ਇਸ ਪਾਸੇ ਨੂੰ ਨਿਕਲ ਗਿਆ, ਇਸ ਪਾਸੇ ਨੂੰ ਨਿਕਲ ਗਿਆ। ਜਿਉਂ-ਜਿਉਂ ਵੈਰੀ ਰੌਲਾ ਪਾਉਂਦੇ ਉਹਨਾਂ ਦੇ ਨਾਲ ਨਾਲ ਮਹਾਰਾਜ ਵੀ ਬੋਲਦੇ ਨੇ, ਸਿੱਖ ਵੀ ਬੋਲਦੇ ਹਨ। ਇਸ ਪ੍ਰਕਾਰ ਸਾਧ ਸੰਗਤ ਸਤਿਗੁਰੂ ਮਹਾਰਾਜ ਨੇ ਗਨੀ ਤੇ ਨਬੀ ਖਾਨ ਨੂੰ ਅੱਗੇ ਲਾ ਲਿਆ ਹੈ। ਇਸ ਪ੍ਰਕਾਰ ਤੁਰਕਾਂ ਵਿੱਚ ਪ੍ਰਵੇਸ਼ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਿਆ ਵੱਲ ਨੂੰ ਹੋ ਨਿਕਲੇ ਹਨ। ਇਸ ਪ੍ਰਕਾਰ ਵੈਰੀਆਂ ਨੂੰ ਚੀਰਦੇ ਹੋਏ ਸਤਿਗੁਰੂ ਜੀ ਅੱਗੇ ਕੁਝ ਝੱਲਾਂ ਸਨ, ਝਾੜੀਆਂ ਸਨ, ਉਧਰ ਨੂੰ ਨਿਕਲ ਗਏ ਹਨ। ਇੱਥੋਂ ਚੱਲ ਕੇ ਕੁਝ ਅੱਗੇ ਸਤਿਗੁਰੂ ਮਹਾਰਾਜ ਜੀ ਪਹੁੰਚੇ ਨੇ। ਸਮਾਂ ਸੀ ਭਾਵੇਂ ਰਾਤ ਦਾ ਸੀਗਾ ਤੇ ਉੱਥੇ ਇੱਕ ਮਾਹੀ ਵੇਖਿਆ ਮਹਾਰਾਜ ਨੇ, ਕਿਉਂਕਿ ਦਿਨ ਵੇਲੇ ਉਹ ਡੰਗਰ ਚਰਾਉਂਦੇ ਨਹੀਂ ਸਨ। ਤੇ ਇੱਕ ਬਚਨ ਪੜ੍ਹਨ ਨੂੰ ਪ੍ਰਾਪਤ ਹੋਇਆ ਵੀ ਕੋਈ ਆਖੇ ਵੀ ਮਾਹੀ ਰਾਤ ਵੇਲੇ ਡੰਗਰ ਕਿੱਥੇ ਚਰਾਉਂਦਾ ਸੀ, ਤੇ ਉਹਦਾ ਇਹ ਖੁਲਾਸਾ ਕੀਤਾ ਗਿਆ ਵੀ ਦਿਨ ਵੇਲੇ ਮੱਛਰ ਬੜਾ ਤੰਗ ਕਰਦਾ ਸੀਗਾ ਉਸ ਸਮੇਂ। ਤੇ ਕਹਿੰਦੇ ਹੋ ਸਕਦਾ ਵੀ ਉਹ ਰਾਤ ਨੂੰ ਇਸੇ ਕਰਕੇ ਪਸ਼ੂ ਟਿਕਾਉਂਦੇ, ਜਦੋਂ ਮੱਛਰ ਕੀੜਾ ਟਿਕ ਜਾਂਦਾ ਤੇ ਰਾਤ ਨੂੰ ਕਿਤੇ ਹੋ ਸਕਦਾ ਆਪਣੇ ਪਸ਼ੂ ਚਰਾਉਂਦਾ ਹੋਵੇ। ਪਰ ਭਾਈ ਸੰਤੋਖ ਸਿੰਘ ਹਰਾ ਨੇ ਇਸ ਤਰ੍ਹਾਂ ਲਿਖਿਆ ਵੀ ਦਿਨ ਚੜ੍ਹ ਗਿਆ, ਮਹਾਰਾਜ ਸੱਚੇ ਪਾਤਸ਼ਾਹ ਸਾਰੀ ਰਾਤ ਚੱਲਦੇ ਰਹੇ। ਜਦੋਂ ਥੋੜਾ ਜਿਹਾ ਦਿਨ ਚੜ੍ਹਿਆ, ਰਾਹ ਵਿੱਚ ਟਿੰਡ ਦਾ ਸਰਾਣਾ ਵੀ ਲਾਇਆ ਮਹਾਰਾਜ ਕਲਗੀਧਰ ਜੀ ਨੇ। ਅਸਥਾਨ ਮਹਾਰਾਜ ਦਾ ਸ਼ਸ਼ੋਭਤ ਹੈ, ਜਿੱਥੇ ਟਿੰਡ ਦਾ ਸਰਾਣਾ ਲਾ ਕੇ ਕਲਗੀਧਰ ਜੀ ਨੇ ਰਾਤ ਨੂੰ ਆਰਾਮ ਕੀਤਾ। ਤੇ ਸਤਿਗੁਰੂ ਮਹਾਰਾਜ ਜਦੋਂ ਇੱਥੇ ਨਿਕਲੇ ਸਨ ਤੇ ਹਜ਼ੂਰ ਦੇ ਨਾਲ 3 ਸਿੱਖ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ, ਇਹ ਸਿੱਖ ਮਹਾਰਾਜ ਦੇ ਨਾਲ ਸਨ। ਪਰ ਜਦੋਂ ਵੈਰੀ ਦਲ ਵਿੱਚੋਂ ਨਿਕਲੇ ਨਾ ਚੀਰ ਕੇ ਉਹਨਾਂ ਨੂੰ, ਤੇ ਸਿੱਖ ਅਲੱਗ ਹੋ ਗਏ। ਤੇ ਹਜ਼ੂਰ ਨੇ ਨਿਸ਼ਾਨੀ ਦੱਸੀ ਸੀ ਕਿ ਉਹ ਆਕਾਸ਼ ਵਿੱਚ ਧਰੂ ਤਾਰਾ ਜਿਹੜਾ ਹੈ ਨਾ, ਉਹਦੀ ਸੇਧ ਤੇ ਆ ਜਾਣਾ ਸੀ, ਤੁਹਾਨੂੰ ਮਿਲਾਂਗੇ। ਤੇ ਉਹਦੀ ਸੇਧ ਤੇ ਸਿੰਘ ਆ ਕੇ ਮਹਾਰਾਜ ਨੂੰ ਫਿਰ ਅੱਗੇ ਮਿਲੇ ਤੇ ਟਿੰਡ ਦਾ ਸਰਾਣਾ ਲਾ ਕੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਖਿਆਲ ਪਾਤਸ਼ਾਹੀ ਦਸਵੀਂ ਸ੍ਰੀ ਦਸਮ ਦੀ ਬਾਣੀ ਵਿੱਚ ਬਚਨ ਸ਼ਿਸ਼ੋਭਤਾ ਸ਼ਬਦ ਹਜ਼ਾਰਿਆਂ ਵਿੱਚ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਮਹਾਰਾਜ ਕਲਗੀਧਰ ਜੀ ਨੇ ਪਾਵਨ ਪਵਿੱਤਰ ਸ਼ਬਦ ਜਿਹੜਾ ਉੱਥੇ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਉਚਾਰਨ ਕੀਤਾ ਕਲਗੀਧਰ ਜੀ ਨੇ। ਇਸ ਪ੍ਰਕਾਰ ਸਤਿਗੁਰਾਂ ਨੂੰ ਤਿੰਨ ਸਿੰਘ ਵੀ ਉੱਥੇ ਆ ਕੇ ਮਿਲੇ। ਸਵੇਰ ਹੋ ਗਈ ਤੇ ਭਾਈ ਸੰਤੋਖ ਸਿੰਘ ਲਿਖਦੇ ਵੀ ਉਹ ਮਾਹੀ ਜਿਹੜਾ ਸੀ ਮੱਝਾਂ ਚਰਾਉਣ ਵਾਲਾ, ਗੁਰੂ ਸਾਹਿਬ ਜੀ ਨੇ ਉਹਨੂੰ ਵੇਖਿਆ ਤੇ ਇਸ ਪ੍ਰਕਾਰ ਜਦੋਂ ਉਹਨੇ ਗੁਰੂ ਸਾਹਿਬ ਜੀ ਨੂੰ ਪਛਾਣਿਆ, ਉਹਨੇ ਚੰਗੀ ਤਰ੍ਹਾਂ ਸਤਿਗੁਰਾਂ ਨੂੰ ਵੇਖਿਆ ਹੈ। ਉਹਨੇ ਵੀ ਵੇਖਦਿਆਂ ਮਹਾਰਾਜ ਨੂੰ ਪਛਾਣ ਲਿਆ। ਹੋ ਸਕਦਾ ਕਿਤੇ ਦਰਸ਼ਨ ਕੀਤੇ ਹੋਣ ਜਾਂ ਗੁਰੂ ਸਾਹਿਬ ਦੀ ਪਹਿਚਾਣ ਉਹ ਜਾਣਦਾ ਹੋਵੇ। ਉਸੇ ਵਕਤ ਉਹ ਰੌਲਾ ਪਾਉਣ ਲੱਗਾ ਸੀਗਾ ਵੀ ਮੈਂ ਰੌਲਾ ਪਾ ਦੇਣਾ ਤੇ ਗੁਰੂ ਸਾਹਿਬ ਨੂੰ ਪਕੜਾ ਦੇਣਾ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਲੇ ਮਾਨਸਾ ਰੌਲਾ ਕਿਉਂ ਪਾਉਣਾ ਹੈ? ਤੇ ਕਹਿਣ ਲੱਗਾ, ਤੁਹਾਡੇ ਪਿੱਛੇ ਵੈਰੀਆਂ ਦੀ ਫੌਜ ਲੱਗੀ, ਇਨਾਮ ਮਿਲੇਗਾ ਭਾਰੀ। ਕਲਗੀਧਰ ਜੀ ਨੇ ਉਸੇ ਵਕਤ ਖੀਸੇ ਵਿੱਚ ਹੱਥ ਪਾਇਆ ਤੇ ਸੋਨੇ ਦੀਆਂ ਮੋਹਰਾਂ ਫੜਾ ਦਿੱਤੀਆਂ ਹਨ। ਉਹ ਲਾਲਚੀ ਹੋ ਗਿਆ। ਉਹਨੇ ਵੇਖਿਆ ਵੀ ਇੰਨਾ ਕਹਿਣ ਦੇ ਨਾਲ ਹੀ ਸੋਨੇ ਦੀਆਂ ਮੋਹਰਾਂ ਦੇ ਦਿੱਤੀਆਂ ਨੇ, ਥੋੜਾ ਜਿਹਾ ਹੋਰ ਰੌਲਾ ਪਾ ਲੈਨੇ ਆ। ਉਹਨੇ ਹੋਰ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਹੈ। ਸਤਿਗੁਰਾਂ ਨੇ ਫਿਰ ਮੋਹਰਾਂ ਦਿੱਤੀਆਂ, ਪਰ ਜਦੋਂ ਨਾ ਹਟਿਆ ਰੌਲਾ ਪਾਉਣ ਤੋਂ, ਸਤਿਗੁਰੂ ਸੋਚਣ ਲੱਗੇ ਵੀ ਇਹ ਤਾਂ ਲਾਲਚੀ ਹੋ ਗਿਆ ਤੇ ਰੌਲਾ ਪਾ ਕੇ ਸਾਨੂੰ ਗ੍ਰਿਫਤਾਰ ਕਰਾਉਣਾ ਚਾਹੁੰਦਾ ਹੈ। ਸਤਿਗੁਰੂ ਵਾਰ-ਵਾਰ ਕਹਿਣ ਲੱਗੇ, ਭਲਿਆ ਵੀ ਕਿਉਂ ਰੌਲਾ ਪਾਉਣਾ ਹੈ? ਤੈਨੂੰ ਇਨਾਮ ਚਾਹੀਦਾ ਸੀ, ਸੋਨੇ ਦੀਆਂ ਮੋਹਰਾਂ ਮਿਲ ਗਈਆਂ, ਤੂੰ ਹੋਰ ਰੌਲਾ ਪਾਈ ਜਾਣਾ ਸੀ, ਹੋਰ ਰੌਲਾ, ਤੈਨੂੰ ਹੋਰ ਸੋਨੇ ਦੀਆਂ ਮੋਹਰਾਂ ਦੇ ਦਿੱਤੀਆਂ। ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਬੜਾ ਸਮਝਾਇਆ, ਪਰ ਉਹ ਕਿਸੇ ਦਾ ਦੇ ਨਾਲ ਮੰਨਦਾ ਨਹੀਂ ਹੈ। ਉਹ ਜਦੋਂ ਗੁਰੂ ਸਾਹਿਬ ਵੱਲ ਦੌੜ ਕੇ ਆਇਆ ਨਾ ਤੇ ਮਹਾਰਾਜ ਨੇ ਖੰਜਰ ਮੂਹਰੇ ਕਰ ਦਿੱਤਾ ਤੇ ਉਹਦੇ ਪੇਟ ਦੇ ਆਰ ਪਾਰ ਹੋ ਗਿਆ ਹੈ। ਉਹਨੇ ਬੜਾ ਯਤਨ ਕੀਤਾ ਵੀ ਆਪਣੀ ਜਾਨ ਬਚਾ ਲਵਾਂ, ਪਰ ਕਲਗੀਧਰ ਜੀ ਨੇ ਉਹਨੂੰ ਜਾਣ ਨਹੀਂ ਦਿੱਤਾ ਤੇ ਉਹਦੇ ਜਿਹੜੇ ਪ੍ਰਾਣ ਸਨ ਉਡਾ ਦਿੱਤੇ ਸਰੀਰ ਦੇ ਵਿੱਚੋਂ, ਕਿਉਂਕਿ ਮਾਰਾ ਰਾਖਾ ਏਕੋ ਆਪ, ਮਾਨੁ ਕੈ ਕਿਛ ਨਾਹੀ ਹਾਥ। ਮਾਰਨਾ ਤੇ ਰੱਖਣਾ ਇਹ ਕਲਗੀਧਰ ਜੀ ਦੇ ਆਪਣੇ ਹੱਥ ਦੇ ਵਿੱਚ ਆ। ਉਹਦੇ ਪ੍ਰਾਣ ਪੰਖੇਰੂ ਲਾ ਕੇ ਉਡਾ ਦਿੱਤੇ। ਪਤਾ ਸੀ ਸਮਾਂ ਤਾਂ ਉਹਦਾ ਆ ਹੀ ਗਿਆ ਸੀਗਾ, ਤਾਂ ਉਹਨੂੰ ਵਾਰ-ਵਾਰ ਸਮਝਾਉਂਦੇ ਸਨ, ਪਰ ਉਹ ਨਹੀਂ ਸਮਝਿਆ। ਪਰ ਸਤਿਗੁਰੂ ਮਹਾਰਾਜ ਨੇ ਉਹਨੂੰ ਵੀ ਫਿਰ ਖੰਜਰ ਬਖਸ਼ਿਸ਼ ਕਰ ਦਿੱਤਾ ਹੈ। ਇਸ ਤਰ੍ਹਾਂ ਮਹਾਰਾਜ ਸਤਿਗੁਰੂ ਜੀ ਇੱਥੋਂ ਅੱਗੇ ਨੂੰ ਚੱਲ ਪਏ ਹਨ। ਜੰਗਲ ਨੂੰ ਪਾਰ ਕਰਦਿਆਂ ਕਰਦਿਆਂ ਜਿੱਥੇ ਮਾਛੀਵਾੜੇ ਦਾ ਇਲਾਕਾ, ਉਹਦੇ ਨਜ਼ਦੀਕ ਜਾ ਪਹੁੰਚੇ ਹਨ। ਉੱਥੇ ਗੁਲਾਬੇ ਤੇ ਪੰਜਾਬੇ ਦਾ ਖੂਹ ਸੀਗਾ। ਗੁਲਾਬ ਤੇ ਪੰਜਾਬ ਇਹ ਦੋ ਭਰਾ ਸਨ ਤੇ ਸਾਧ ਸੰਗਤ ਜੀ ਮਸੰਦ ਸਨ ਗੁਰੂ ਘਰ ਦੇ, ਮਾਇਆ ਆਦਿਕ ਉਰਾਉਂਦੇ ਸਨ। ਤੇ ਗੁਰੂ ਸਾਹਿਬ ਜੀ ਇਹਨਾਂ ਦੇ ਖੇਤਾਂ ਵਿੱਚ ਇਹਨਾਂ ਦੇ ਖੂਹ ਤੇ ਜਾ ਕੇ ਬਿਰਾਜਮਾਨ ਹੋ ਗਏ ਤੇ ਹਜ਼ੂਰ ਨੇ ਉਸੇ ਵਕਤ ਜਿਹੜਾ ਪਠਾਨ ਗਨੀ ਖਾਂ ਨਬੀ ਖਾਂ ਭੇਜ ਦਿੱਤਾ ਹੈ। ਹੁਕਮ ਦਿੱਤਾ ਵੀ ਪਿੰਡ ਦੇ ਵਿੱਚ ਜਾ ਕੇ ਜਿਹੜਾ ਗੁਲਾਬ ਖੱਤਰੀ ਰਹਿੰਦਾ ਉਹਨੂੰ ਸਾਨੂੰ ਪਾਸ ਬੁਲਾ ਕੇ ਲੈ ਕੇ ਆ। ਇਸ ਤਰ੍ਹਾਂ ਭਾਈ ਹੁਣ ਮਾਛੀਵਾੜੇ ਦੀ ਸਾਖੀ ਸਰਵਣ ਕਰੋ। ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਗੁਲਾਬੇ ਦੇ ਘਰ ਦੇ ਵਿੱਚ ਜਾ ਕੇ ਵਿਰਾਜਮਾਨ ਹੋਏ ਹਨ। ਬੜੇ ਪ੍ਰੇਮ ਦੇ ਨਾਲ ਗੁਲਾਬੇ ਨੇ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ, ਅਰਦਾਸ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਉਹਦੇ ਘਰ ਨੂੰ ਚੱਲ ਪਏ। ਤੇ ਜਿਹੜੇ ਉਹ ਪਠਾਨ ਸਨ ਉਹਨਾਂ ਨੇ ਬੜੀ ਖਿਦਮਤ ਕੀਤੀ ਮਹਾਰਾਜ ਦੀ, ਤੇ ਗੁਰੂ ਸਾਹਿਬ ਦਾ ਪਲੰਘ ਜਿਹੜਾ ਸੀ ਉਹ ਇਸ ਤਰ੍ਹਾਂ ਚੁੱਕ ਲਿਆ। ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਜੀ ਪਿਛਲੇ ਪਾਸੇ ਉਹਨਾਂ ਨੇ ਪਲੰਘ ਉਠਾਇਆ।
ਇਸੇ ਪ੍ਰਕਾਰ ਗਨੀ ਖਾਂ ਤੇ ਨਬੀ ਖਾਂ ਨੇ ਮੂਰਲੇ ਪਾਸੇ ਪਲੰਗ ਉਠਾਇਆ। ਭਾਈ ਦਇਆ ਸਿੰਘ ਨੇ ਚੌਰ ਕੀਤਾ। ਜਦੋਂ ਮਹਾਰਾਜ ਉੱਚ ਦੇ ਪੀਰ ਬਣੇ ਸਨ, ਇਦਾਂ ਉਹਨਾਂ ਨੇ ਬੜੀ ਖਿਦਮਤ ਕੀਤੀ। ਗੁਰ ਤੋਰਹਿ ਸਿਰਹੁ ਉਠਾਏ, ਸੀਸ ਤੇ ਚੁੱਕ ਕੇ ਮਹਾਰਾਜ ਨੂੰ ਇਸ ਤਰ੍ਹਾਂ ਉਹ ਚੱਲੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਕਲਗੀਧਰ ਜੀ ਜਦੋਂ ਖੂਹ ਤੇ ਬਿਰਾਜੇ ਸਨ, ਉੱਥੇ ਵੀ ਉਹਨੇ ਗੁਰੂ ਸਾਹਿਬ ਨੂੰ ਪ੍ਰਸ਼ਾਦ ਆਦਿਕ ਛਕਾਇਆ, ਸੇਵਾ ਕੀਤੀ। ਗਨੀ ਖਾਂ ਨਬੀ ਖਾਂ ਦੀ ਵੀ ਸੇਵਾ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਉਹ ਜਿਹੜਾ ਪ੍ਰਸ਼ਾਦ ਸੀਗਾ, ਆਪਣਾ ਸੀਧ ਪ੍ਰਸ਼ਾਦ ਗਨੀ ਖਾਂ ਨਬੀ ਖਾਂ ਨੂੰ ਵੀ ਦਿੱਤਾ। ਉਹਨਾਂ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਮੁੱਖ ਵਿੱਚ ਪਾਇਆ ਹੈ। ਇਸ ਤਰ੍ਹਾਂ ਜਦੋਂ ਸਾਂਝ ਦਾ ਸ਼ਾਮ ਦਾ ਸਮਾਂ ਹੋਇਆ ਤੇ ਗੁਲਾਬੇ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਘਰ ਵਿਖੇ ਚੱਲੋ। ਤੇ ਸਤਿਗੁਰੂ ਜੀ ਸ਼ਾਮ ਦੇ ਸਮੇਂ ਉਹਨਾਂ ਦੇ ਗ੍ਰਹਿ ਵਿਖੇ ਆਏ ਹਨ। ਉਹਦੀ ਹਵੇਲੀ ਸੀ ਤੇ ਉੱਪਰ ਚਵਾਰਾ ਸੀ। ਉਹਨੇ ਗੁਰੂ ਸਾਹਿਬ ਜੀ ਨੂੰ ਆਪਣੇ ਚਵਾਰੇ ਵਿੱਚ ਟਿਕਾਣਾ ਦਿੱਤਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਇੱਕ ਦੋ ਸਿੰਘ ਵੀ ਚੱਲ ਕੇ ਆਏ ਹਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਨੂੰ ਵੀ ਉੱਥੇ ਬਿਠਾ ਲਿਆ ਆਪਣੇ ਪਾਸ। ਇੱਕ ਕਥਾ ਵੀ ਆਉਂਦੀ ਹੈ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਪਾਉਂਟਾ ਸਾਹਿਬ ਦੀ ਧਰਤੀ ਤੋਂ ਆ ਰਹੇ ਸਨ ਤੇ ਇੱਕ ਮਾਤਾ ਮਿਲੀ ਸੀ ਚਮਕੌਰ ਸਾਹਿਬ ਗੁਰੂ ਸਾਹਿਬ ਨੂੰ, ਤੇ ਉਹਨੇ ਵਸਤਰ ਭੇਟ ਕਰਨਾ ਸੀ। ਮਹਾਰਾਜ ਨੂੰ ਬੜੀਆਂ ਬੇਨਤੀਆਂ ਕੀਤੀਆਂ, ਕਿਰਪਾ ਕਰੋ ਗ੍ਰਹਿ ਵਿਖੇ ਚਰਨ ਪਾਓ। ਤੇ ਸਤਿਗੁਰੂ ਕਹਿਣ ਲੱਗੇ ਵੀ ਸਮਾਂ ਆਵੇਗਾ ਤੇਰੇ ਕੋਲ ਜ਼ਰੂਰ ਆਵਾਂਗੇ। ਇਸੇ ਨਗਰ ਦੀ ਉਹ ਰਹਿਣ ਵਾਲੀ ਸੀ, ਮਾਛੀਵਾੜੇ ਦੀ। ਮਹਾਰਾਜ ਜਦੋਂ ਵਾਪਸ ਆਏ ਤੇ ਸਿੱਖਾਂ ਨੂੰ ਹੁਕਮ ਕੀਤਾ ਵੀ ਜਾਓ ਭਾਈ ਉਹ ਮਾਤਾ ਨੂੰ ਲੱਭ ਕੇ ਲਿਆਓ। ਉਹ ਮਾਤਾ ਨੂੰ ਫਿਰ ਲੱਭ ਕੇ ਲਿਆਏ ਸਿੱਖ। ਉਹਨੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਨੂੰ ਵਸਤਰ ਭੇਟ ਕੀਤਾ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ। ਇਹ ਉਹੀ ਵਸਤਰ ਸੀ ਜਦੋਂ ਉੱਚ ਦਾ ਪੀਰ ਬਣੇ ਨਾ ਮਹਾਰਾਜ, ਤੇ ਉਹੀ ਵਸਤਰ ਪਹਿਨ ਕੇ ਗਏ ਸਨ ਕਲਗੀਧਰ ਦਸ਼ਮੇਸ਼ ਪਿਤਾ ਜੀ। ਉਸ ਮਾਤਾ ਦੀ ਇੱਛਾ ਵੀ ਪੂਰਨ ਕੀਤੀ, ਉਹਦੇ ਪਾਸੋਂ ਵਸਤਰ ਵੀ ਲੈ ਕੇ ਮਹਾਰਾਜ ਨੇ ਪ੍ਰਵਾਨ ਕਰਕੇ ਪਹਿਨੇ ਆ। ਇਸ ਤਰ੍ਹਾਂ ਜਿਹੜੇ ਸਿੱਖਾਂ ਨੂੰ ਪਤਾ ਲੱਗਿਆ ਉੱਥੇ ਰਹਿੰਦੇ ਸਨ, ਉਹ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਸਤਿਗੁਰੂ ਉਹਨਾਂ ਨੂੰ ਆਪਣੇ ਪਾਸ ਬਿਠਾਉਂਦੇ ਹਨ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਟੰਗਾ ਮੰਗਾ ਲਿਆ। ਨਾ ਸੁਣ ਕੇ ਬੜਿਆਂ ਦੇ ਕੰਨ ਖੜੇ ਹੋ ਜਾਂਦੇ ਵੀ ਚਟੰਗਾ ਮੰਗਵਾ ਲਿਆ ਮਹਾਰਾਜ ਨੇ, ਬੱਕਰਾ ਮੰਗਵਾ ਲਿਆ। ਸਾਡੀ ਸੋਚ ਜਿਹੜੀ ਹੈ ਨਾ ਬੜੀ ਸੁੰਗੜ ਚੁੱਕੀ ਆ ਵੀ ਅਸੀਂ ਉੱਥੇ ਕੀ ਖਲੋਤੇ ਹੋਏ ਆ, ਪਰ ਇਹਦਾ ਭਾਵ ਕੁਝ ਹੋਰ ਸੀ। ਤੁਸੀਂ ਕੌਤਕ ਸੁਣਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਬੱਕਰਾ ਮੰਗਵਾਇਆ ਹੈ। ਸਿੰਘਾਂ ਨੂੰ ਆਖਿਆ ਵੀ ਝਟਕਾ ਕਰੀਏ ਤੇ ਝਟਕਾ ਵੀ ਗੋਲੀ ਨਾਲ ਕੀਤਾ। ਗੋਲੀ ਮਾਰੀ ਮਹਾਰਾਜ ਨੇ। ਭਾਈ ਸੰਤੋਖ ਸਿੰਘ ਲਿਖਦੇ ਨੇ। ਹੁਣ ਜੇ ਤਾਂ ਇਹ ਕਹਿ ਦਈਏ ਵੀ ਗੁਰੂ ਸਾਹਿਬ ਸ਼ਿਕਾਰ ਖੇਡਦੇ ਸੀ, ਫਿਰ ਤਾਂ ਮੰਨ ਲੈਂਦੇ ਆ। ਤੇ ਸ਼ਿਕਾਰ ਖੇਡਣਾ ਕਿਹਦੇ ਨਾਲ ਸੀ? ਜੇ ਸ਼ਿਕਾਰ ਖੇਡਦੇ ਸੀ ਤੇ ਸ਼ਿਕਾਰ ਖੇਡਣਾ ਕਿਹਦੇ ਨਾਲ ਸੀ? ਉਹ ਤਾਂ ਮੰਨ ਲਿਆ ਵੀ ਮਹਾਰਾਜ ਸ਼ਿਕਾਰ ਖੇਡਦੇ ਸੀ। ਤੇ ਜੇ ਬੱਕਰੇ ਨੂੰ ਗੋਲੀ ਲੱਗ ਗਈ ਤੇ ਫਿਰ ਰੌਲਾ ਪੈ ਗਿਆ ਵੀ ਜੀਵ ਹੱਤਿਆ ਹੋ ਗਈ। ਤੇ ਨਾਲੇ ਜਿਹਨੇ ਗੋਲੀ ਚਲਾਈ ਹੈ ਮਾਰਾ ਰੱਖ ਹੈ, ਏਕੋ ਆਪ ਜੀਵਣਾ ਮਰਨਾ ਤਾਂ ਉਹਦੇ ਹੱਥ ਦੇ ਵਿੱਚ ਹੈ ਨਾ। ਉਹ ਜਿਹਨੂੰ ਮਰਜ਼ੀ ਤਾਰ ਲਏ, ਜਿਹਨੂੰ ਮਰਜ਼ੀ ਡੋਬ ਦੇ, ਜਿਹਨੂੰ ਮਰਜ਼ੀ ਰੱਖ ਲਏ ਤੇ ਜਿਹਨੂੰ ਮਰਜ਼ੀ ਮੁਕਾ ਦੇ। ਜਦੋਂ ਸ਼ਿਕਾਰ ਖੇਡਦੇ ਨੇ ਤੇ ਕਥਾ ਵੀ ਸੁਣੀ ਹੋਵੇਗੀ ਤੁਸੀਂ, ਮਹਾਰਾਜ ਨੇ ਸ਼ੇਰ ਦਾ ਸ਼ਿਕਾਰ ਵੀ ਕੀਤਾ। ਸ਼ੇਰ ਦਾ ਸ਼ਿਕਾਰ ਵੀ ਕੀਤਾ ਹੈ ਤਾਂ ਉਹ ਵੀ ਜੀਵ ਸੀਗਾ। ਦਸਮ ਦੀ ਬਾਣੀ ਵਿੱਚ ਲਿਖਦੇ, ਮਾਰੇ ਰੋਜ਼ ਰੀਝ ਝੰਖਾਰਾ, ਜੰਗਲੀ ਝੋਟੇ ਰੋਜ਼ ਸਿਆਣ ਰਿਛ ਸਨ। ਸਭ ਦਾ ਸ਼ਿਕਾਰ ਕੀਤਾ ਮਹਾਰਾਜ ਨੇ। ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਸੀ ਤੇ ਸ਼ਿਕਾਰ ਜਦੋਂ ਖੇਡਦੇ ਨੇ ਸ਼ਿਕਾਰੀ ਤੇ ਉਹ ਜਾਨਵਰਾਂ ਨੂੰ ਹੀ ਮਾਰਦੇ ਨੇ। ਇੱਥੇ ਵੀ ਕੌਤਕ ਸੀ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ। ਸਾਡੀ ਸੋਚ ਉਰਾਂ ਕੋ ਖਲੋਤੀ ਹੋਈ ਹੈ, ਅਸੀਂ ਅਗਾਂਹ ਕੁਛ ਨਹੀਂ ਸੋਚਦੇ। ਗਲਾਬਾ ਡਰਦਾ ਸੀ ਥਰ ਥਰ, ਉਹ ਕੰਬਦਾ ਸੀ ਗਲਾਬਾ, ਤੇ ਉਹ ਸੋਚਦਾ ਵੀ ਕਿਤੇ ਤੁਰਕਾਂ ਨੂੰ ਪਤਾ ਨਾ ਲੱਗ ਜਾਏ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੇਰੇ ਘਰ ਦੇ ਵਿੱਚ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਵੀ ਏਦਾਂ ਕਰੋ ਵੀ ਫਿਰ ਬੱਕਰਾ ਹੀ ਲੈ ਕੇ ਆਓ। ਤੇ ਜਦੋਂ ਲੱਗੇ ਝਟਕਾਣ ਤੇ ਗੁਲਾਬਾ ਕਹਿਣ ਲੱਗਾ ਮਹਾਰਾਜ ਵੀ ਸ੍ਰੀ ਸਾਹਿਬ ਨਾਲ ਝਟਕਾ ਲਓ, ਕਿਉਂਕਿ ਬੰਦੂਕ ਫੜ ਲਈ ਸੀ ਮਹਾਰਾਜ ਨੇ। ਮਹਾਰਾਜ ਕਹਿੰਦੇ ਨਹੀਂ ਗੁਲਾਬਿਆ, ਹੁਣ ਬੰਦੂਕ ਹੀ ਚਲਾਵਾਂਗੇ। ਸਤਿਗੁਰਾਂ ਨੇ ਬੰਦੂਕ ਨਾਲ ਝਟਕਾ ਕੀਤਾ, ਇਸ ਪ੍ਰਕਾਰ ਉਹਨੂੰ ਝਟਕਾ ਦਿੱਤਾ ਹੈ। ਇਸ ਪ੍ਰਕਾਰ ਉਦੋਂ ਜਦੋਂ ਝਟਕਾ ਕੀਤਾ ਤੇ ਪਿਛਲੇ ਪਾਸੇ ਨਾ ਕਾਜੀ ਦਾ ਇੱਕ ਘਰ ਸੀਗਾ।
ਜਿਹੜੀਆਂ ਉਹ ਸੰਖੀਆਂ ਸਨ, ਹੱਡੀਆਂ ਸਨ, ਉਹ ਚੁੱਕ ਕੇ ਉਹਦੇ ਘਰ 'ਚ ਸੁੱਟ ਦਿੱਤੀਆਂ। ਤੇ ਕਥਾ ਇਸ ਤਰ੍ਹਾਂ ਵੀ ਆਉਂਦੀ ਵੀ ਉਹਦਾ ਵੀ ਕਾਰਨ ਸੀਗਾ, ਉਹ ਭਾਈ ਗੁਲਾਬੇ ਨਾਲ ਖਹਿੰਦਾ ਸੀਗਾ। ਉੱਥੇ ਪੰਡਤ ਵੀ ਸੀ, ਉਹ ਵੀ ਖਹਿੰਦਾ ਸੀਗਾ, ਉਹ ਵੀ ਲਾਲਚੀ ਸਨ। ਹੁਣ ਜਦੋਂ ਕਾਜੀ ਬਾਂਗ ਦੇਣ ਲੱਗਾ ਤੇ ਜਿਹੜੀ ਖੱਲ ਸੀ ਨਾ ਬੱਕਰੇ ਦੀ, ਉਹ ਹੱਡੀਆਂ ਸਾਰਾ ਕੁਝ ਕਰਕੇ ਇਕੱਠਾ ਜਦੋਂ ਉਹਨੇ ਬਾਂਗ ਦਿੱਤੀ, ਉਹਦੇ ਸਿਰ 'ਚ ਮਾਰੀ ਮਹਾਰਾਜ ਕਲਗੀਧਰ ਜੀ ਨੇ। ਤੇ ਸਾਧ ਸੰਗਤ ਜੀ ਜਦੋਂ ਸੰਖੀਆਂ ਉਹਦੇ ਘਰ ਵਿੱਚ ਡਿੱਗੀਆਂ, ਹੱਡੀਆਂ ਡਿੱਗੀਆਂ, ਉਹ ਵੇਖਣ ਲੱਗ ਗਿਆ ਵੀ ਆਕਾਸ਼ ਤੋਂ ਆ ਗਏ, ਇਹ ਕਿਹਨੇ ਮਾਰਿਆ ਮੇਰੇ ਸਿਰ ਵਿੱਚ, ਕਿੱਥੋਂ ਡਿੱਗ ਪਿਆ, ਕੀ ਕੌਤਕ ਵਰਤਿਆ ਹੈ। ਇਸ ਤਰ੍ਹਾਂ ਬਾਗ ਦਿੰਦੇ ਆ ਜਦੋਂ ਬੱਕਰੇ ਦੀ ਖੱਲ ਸੰਖੀਆਂ ਆਦਿਕ ਉਹਦੇ ਸਿਰ 'ਚ ਵੱਜੀਆਂ ਹਨ। ਤੇ ਸਾਧ ਸੰਗਤ ਜੀ ਕਹਿੰਦੇ ਉਸੇ ਵਕਤ ਉਹਨੇ ਬੋਲ ਕਬੋਲ ਬੋਲਣਾ ਸ਼ੁਰੂ ਕਰ ਦਿੱਤਾ ਹੈ। ਗੁਲਾਬੇ ਨੂੰ ਕਹਿਣ ਲੱਗਾ ਵੀ ਸਾਡੇ ਘਰ ਦੇ ਵਿੱਚ ਹੱਡੀਆਂ ਤੂੰ ਸੱਟਦਾ ਆ, ਇਹ ਤੇਰਾ ਕੰਮ ਹੀ ਲੱਗਦਾ ਹੈ। ਫਿਰ ਗੁਲਾਬਾ ਡਰ ਗਿਆ ਨਾ, ਡਰਦਾ ਤੇ ਪਹਿਲਾਂ ਹੀ ਪਿਆ ਸੀ, ਉਹਦਾ ਡਰ ਖਤਮ ਕਰਨਾ ਸੀ ਮਹਾਰਾਜ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਗਿਆ, ਮੈਂ ਹੋ ਮਾੜੋ ਅੱਤ ਮਹਾਰਾਜ, ਮੈਂ ਤਾਂ ਬੜਾ ਹੀ ਮਾੜਾ ਆ, ਬੜਾ ਗਰੀਬੜਾ ਜਿਹਾ ਆ, ਤੇ ਜੇ ਤੁਰਕਾਂ ਨੂੰ ਪਤਾ ਲੱਗ ਗਿਆ ਤੇ ਮੈਨੂੰ ਤਾਂ ਮਾਰ ਦੇਣਗੇ, ਮੈਨੂੰ ਖਤਮ ਕਰ ਦੇਣਗੇ। ਸਤਿਗੁਰੂ ਮਹਾਰਾਜ ਜੇ ਤੁਰਕਾਂ ਨੂੰ ਖਬਰ ਹੋ ਗਈ ਤੇ ਉਹ ਨਿਰਸੰਦੇਹ ਹੋ ਕਰਕੇ ਮੈਨੂੰ ਖਤਮ ਕਰ ਦੇਣਗੇ, ਮਾਰ ਦੇਣਗੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿੰਦੇ ਕੁਝ ਸੋਨੇ ਦੀਆਂ ਜਿਹੜੀਆਂ ਮੋਹਰਾਂ ਉਧਰ ਸੁੱਟ ਦਿੱਤੀਆਂ ਹਨ। ਆ ਹੁੰਦਾ ਇਹਨਾਂ ਲੋਕਾਂ ਦਾ ਦੀਨ ਧਰਮ, ਬਾਂਗ ਦੇਣ ਵਾਲਿਆਂ ਦਾ। ਗੱਲ ਬਾਂਗ ਦੇਣ ਵਾਲੇ ਦੀ ਨਹੀਂ ਹੈ, ਬਾਂਗ ਦੇਣ ਵਾਲੇ ਸੱਚੇ ਸੁੱਚੇ ਪੀਰ ਬੁੱਧੂ ਸ਼ਾਹ ਵਰਗੇ, ਸਾਈਂ ਮੀਆਂ ਮੀਰ ਵਰਗੇ ਵੀ ਸਨ। ਬੰਦਗੀ ਕਰਨ ਵਾਲੀਆਂ ਰੂਹਾਂ, ਕਿਸੇ ਦੇ ਧਰਮ ਤੇ ਕਿੰਤੂ ਪਰੰਤੂ ਨਹੀਂ। ਇਹ ਗੱਲ ਪਖੰਡੀ ਲੋਕਾਂ ਦੀ ਹੈ। ਕੌਤਕ ਤਾਂ ਹੀ ਕਲਗੀਧਰ ਜੀ ਨੇ ਉੱਥੇ ਵਰਤਾਇਆ ਸੀਗਾ। ਕਬੀਰ ਸਾਹਿਬ ਐਸੇ ਕਰਕੇ ਕਹਿੰਦੇ ਨੇ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਮਨਾਰੇ ਤੇ ਚੜ ਕੇ ਇਹ ਮੁਲਾਣਿਆ ਕਿਉਂ ਬਾਂਗ ਦੇਣਾ, ਰੱਬ ਕਿਹੜਾ ਬਹਿਰਾ ਹੈ, ਸਾਈਂ ਨਾ ਬਹਿਰਾ ਹੋਏ, ਉਹਨੂੰ ਕਿਹੜਾ ਸੁਣਦਾ ਨਹੀਂ। ਅੰਦਰ ਬਹਿ ਕੇ ਧਿਆਲ ਹੈ ਮਨ ਕਰਕੇ, ਤੇਰੀ ਅੰਦਰ ਦੀ ਆਵਾਜ਼ ਸੁਣਦਾ, ਉਹਨੂੰ ਆਵਾਜ਼ ਮਾਰਨ ਦੀ ਲੋੜ ਨਹੀਂ। ਜਿਸ ਕਾਰਨ ਕਰਕੇ ਤੂੰ ਬਾਂਗ ਦੇਣਾ ਉਹ ਤੇਰੇ ਦਿਲ ਵਿੱਚ, ਉਹਨੂੰ ਆਪਣੇ ਦਿਲ ਵਿੱਚ ਵੇਖ। ਕਾਜੀ ਨੇ ਬਾਂਗ ਦਿੱਤੀ ਤੇ ਮਹਾਰਾਜ ਨੇ ਖੱਲ ਉਹਦੇ ਸਿਰ ਦੇ ਉੱਤੇ ਮਾਰੀ ਤੇ ਉਹਨੇ ਰੌਲਾ ਪਾ ਦਿੱਤਾ, ਗੁਲਾਬੇ ਦਾ ਨਾਂ ਲੈਣ ਲੱਗ ਗਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੋਨੇ ਦੀਆਂ ਮੋਹਰਾਂ ਸੱਟੀਆਂ ਤੇ ਉਸ ਵਕਤ ਉਹ ਧਰਤੀ ਤੋਂ ਸੋਨੇ ਦੀਆਂ ਮੋਹਰਾਂ ਚੁੱਕਣ ਲੱਗ ਗਿਆ, ਜਿਹੜਾ ਥੋੜੀ ਦੇਰ ਪਹਿਲਾਂ ਬਾਂਗ ਦਿੰਦਾ ਪਿਆ ਸੀ। ਇਸ ਤਰ੍ਹਾਂ ਮਹਾਰਾਜ ਸਤਿਗੁਰਾਂ ਨੇ ਕੌਤਕ ਵਰਤਾਇਆ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ 10 ਦਿਨ ਗੁਲਾਬੇ ਦੇ ਘਰ ਦੇ ਵਿੱਚ ਰਹੇ। ਇੱਕ ਹੋਰ ਕੌਤਕ ਵਾਪਰਿਆ। ਮਹਾਰਾਜ ਨੂੰ ਗੁਲਾਬਾ ਇਸ਼ਨਾਨ ਕਰਾਉਣ ਲੱਗਾ ਸੀ। ਇਸ਼ਨਾਨ ਕਰਾਉਣ ਲੱਗਾ ਤੇ ਕਈ ਦਿਨਾਂ ਬਾਅਦ ਕਮਰ ਕਸਾ ਖੋਲਿਆ। ਸਤਿਗੁਰੂ ਮਹਾਰਾਜ ਦੇ ਤਨ ਦੇ ਉੱਤੇ ਜਿਹੜੇ ਬਸਤਰ ਸਨ ਲਹੂ ਕਰਕੇ ਸਰੀਰ ਨਾਲ ਚੰਬੜ ਗਏ ਸਨ। ਤੇ ਜਿਹੜਾ ਕਸ਼ਹਿਰੇ ਦਾ ਕਮਰ ਕਸਾ ਹੁੰਦਾ ਹੈ ਨਾ, ਇਹ ਵੀ ਮਾਸ ਦੇ ਵਿੱਚ ਲੰਘ ਗਿਆ ਸੀ ਡੂੰਘਾ ਅੰਦਰਲੇ ਪਾਸੇ। ਤੇ ਗੁਲਾਬਾ ਜਦੋਂ ਖਿੱਚਣ ਲੱਗਾ ਨਾ ਤੇ ਉਹਨੇ ਆਪਣਾ ਮੁਖ ਪਰੇ ਕਰ ਲਿਆ। ਮਹਾਰਾਜ ਕਹਿੰਦੇ ਪਿਤਾ ਪੁੱਤਰ ਵਿੱਚ ਫਰਕ ਨਹੀਂ ਹੁੰਦਾ। ਕਹਿੰਦੇ ਉਹ ਮਾਸ ਦੇ ਅੰਦਰ ਜਿਹੜਾ ਕਮਰ ਕਸਾ ਜਿਹਨੂੰ ਆਪਾਂ ਨਾਲਾ ਕਹਿ ਦਿੰਦੇ ਹਾਂ, ਅੰਦਰ ਲੰਘ ਚੁੱਕਾ ਸੀਗਾ। ਉਹਨੇ ਖਿੱਚਿਆ ਹੌਲੀ ਹੌਲੀ ਤੇ ਲਹੂ ਕਰਕੇ ਸਰੀਰ ਦੇ ਤੇ ਉਹ ਸਾਰੇ ਜਿਹੜੇ ਬਸਤਰ ਚੰਬੜ ਚੁੱਕੇ ਸਨ ਨਾਲ ਸਰੀਰ ਦੇ। ਕਿਹੋ ਜਿਹਾ ਸਮਾਂ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਉੱਪਰ। ਉੱਥੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ। ਗੁਲਾਬੇ ਦੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ 10 ਦਿਨ ਰਹੇ ਹਨ। ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ 10 ਦਿਨਾਂ ਬਾਅਦ ਇੱਥੋਂ ਅਗਾਂਹ ਜਾਣਾ ਚਾਹੁੰਦੇ ਨੇ। ਬਾਕੀ ਪ੍ਰਕਰਣ ਆਪਾਂ ਕੱਲ ਸਰਵਣ ਕਰਾਂਗੇ। ਇਧਰ ਚਮਕੌਰ ਦੀ ਗੜੀ ਦਾ ਛੋਟਾ ਜਿਹਾ ਪ੍ਰਕਰਣ ਮੈਂ ਲੜੀਬੱਧ ਕਰਦੇ ਹਾਂ। ਕਲਗੀਧਰ ਜੀ ਦੇ ਬਾਹਰ ਨਿਕਲਦੇ ਹਾਂ। ਬੁਰਜੀਆਂ ਤੇ ਬੈਠੇ ਹੋਏ 4 ਸਿੰਘਾਂ ਨੇ ਜੰਗ ਕੀਤਾ। ਉਹ ਸ਼ਹਾਦਤ ਦਾ ਜਾਮ ਪੀ ਗਏ ਤੇ ਭਾਈ ਸੰਤ ਸਿੰਘ ਜੀ ਉਹਨਾਂ ਦਾ ਚਿਹਰਾ ਮੋਹਰਾ ਮਹਾਰਾਜ ਕਲਗੀਧਰ ਜੀ ਵਰਗਾ ਸੀ ਤੇ ਤੁਰਕਾਂ ਨੇ ਸੀਸ ਲਾ ਲਿਆ। ਵੇਖਣਾ ਚਾਹੁੰਦਾ ਸੀ ਨਾ ਔਰੰਗਜ਼ੇਬ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੇਖਣਾ ਚਾਹੁੰਦਾ ਦਾ ਸੀਸ ਲਾ ਕੇ ਲੈ ਕੇ ਆਇਓ ਤੇ ਮੈਨੂੰ ਤਸੱਲੀ ਹੋ ਜਾਏਗੀ ਕਿ ਉਹ ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ।
ਕਹਿੰਦੇ ਉਹਨਾਂ ਨੇ ਤੇਗ ਮਾਰੀ, ਭਾਈ ਸੰਤ ਸਿੰਘ ਦਾ ਸੀਸ ਜਿਹੜਾ ਧੜ ਨਾਲੋਂ ਜੁਦਾ ਕਰ ਦਿੱਤਾ। ਵਜ਼ੀਰ ਖਾਨ ਨੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਮਹਾਰਾਜ ਦਾ ਸੀਸ ਭੇਜਿਆ। ਉਹ ਤਾਂ ਬੜੇ ਖੁਸ਼ ਸਨ ਕਿ ਅਸੀਂ ਗੁਰੂ ਮਾਰ ਲਿਆ, ਪਰ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸੀਸ ਵੇਖਿਆ, ਮੁਖ ਵੇਖਿਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ, ਉਹ ਕਹਿਣ ਲੱਗਾ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹਨ, ਅੱਜ ਫੇਰ ਤੁਸੀਂ ਧੋਖਾ ਖਾ ਗਏ। ਕਹਿੰਦਾ ਮੈਂ ਸੁਣਿਆ ਕਿ ਉਹਨਾਂ ਦੇ ਕੇਸ ਜਿਹੜੇ ਸਨ ਸੁਨਹਿਰੀ ਰੰਗ ਦੇ ਕੇਸ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਲੰਬੇ ਕੇਸ ਸਨ। ਤੇ ਆਖਣ ਲੱਗਾ ਭਾਵੇਂ ਚਿਹਰਾ ਮੋਹਰਾ ਤਾਂ ਮਿਲਦਾ ਪਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੀਸ ਨਹੀਂ ਹੈ। ਔਰੰਗਜ਼ੇਬ ਨੂੰ ਵੀ ਪਤਾ ਲੱਗ ਗਿਆ ਕਿ ਅਸੀਂ ਉਹਨਾਂ ਨੂੰ ਮਾਰ ਨਹੀਂ ਸਕੇ, ਉਹ ਫਿਰ ਨਿਕਲ ਗਏ। ਇਸ ਤੋਂ ਬਾਅਦ ਉਹਨੇ ਆਪਣੀਆਂ ਫੌਜਾਂ ਭੇਜੀਆਂ ਸਨ ਦੁਬਾਰਾ। ਜਦੋਂ ਮੁਕਤਸਰ ਸਾਹਿਬ ਦਾ ਜੰਗ ਹੋਇਆ, ਪਿੱਛੇ ਪਿੱਛੇ ਫੌਜਾਂ ਲਾ ਦਿੱਤੀਆਂ ਗੁਰੂ ਸਾਹਿਬ ਜੀ ਦੇ, ਤੇ ਕਾਫੀ ਸਮਾਂ ਗੁਰੂ ਸਾਹਿਬ ਨੂੰ ਲੱਭਦੇ ਰਹੇ। ਅੱਗੇ ਜਾ ਕੇ ਉਹ ਪ੍ਰਸੰਗ ਵੀ ਆਵੇਗਾ। ਇਹ ਗੱਲ ਪਹਿਲਾਂ ਉਹਨਾਂ ਨੂੰ ਕਨਫਰਮ ਹੋ ਗਈ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦ ਨਹੀਂ ਹੋਏ। ਤੇ ਇਧਰ ਸਾਧ ਸੰਗਤ ਜੀ, ਜਦੋਂ ਸਿੰਘ ਸ਼ਹੀਦ ਹੋ ਗਏ, ਤੁਰਕਾਂ ਦੀ ਫੌਜ ਚਲੀ ਗਈ। ਉੱਥੇ ਚਾਰ ਚਫੇਰੇ ਦੂਰ ਦੂਰ ਉਹਨਾਂ ਨੇ ਘੇਰਾ ਪਾਇਆ ਸੀ। ਤੇ ਰਾਤ ਵੇਲੇ ਬੀਬੀ ਸ਼ਰਨ ਕੌਰ ਆਈ। ਉਹਨੇ ਵੇਖਿਆ ਕਿ ਮੇਰੇ ਇੰਨੇ ਭਰਾ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ ਨੇ। ਇਕੱਲੀ ਬੀਬੀ ਨੇ ਸ਼ਸਤਰ ਧਾਰੀ ਸੀ। ਉਹਨੇ ਉੱਥੇ ਹੀ ਚਮਕੌਰ ਸਾਹਿਬ ਦੀ ਮੈਦਾਨੇ ਜੰਗ ਵਿੱਚ ਉਸ ਧਰਤੀ ਦੇ ਉੱਤੇ ਚਿਖਾ ਵਾਲੀਆਂ ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ, ਸਿੰਘਾਂ ਦਾ ਸੰਸਕਾਰ ਕੀਤਾ। ਉੱਚੀ ਉੱਚੀ ਜਦੋਂ ਕਹਿੰਦੇ ਜਿਹੜਾ ਉਹ ਚਿਖਾ ਉਹਨਾਂ ਨੇ ਸਾਜੀ ਸੀ, ਅੱਗ ਲਾਈ ਤੇ ਲਾਟਾਂ ਉੱਠਣ ਲੱਗ ਪਈਆਂ। ਤੁਰਕ ਵੇਖ ਕੇ ਹੈਰਾਨ ਹੋਏ ਕਿ ਇਹ ਕੀ ਕੌਤਕ ਹੈ। ਤੇ ਸਾਧ ਸੰਗਤ ਜੀ ਉਸੇ ਵਕਤ ਸ਼ਸਤਰ ਲੈ ਕੇ ਤੁਰਕ ਆਣ ਪਹੁੰਚੇ। ਬੀਬੀ ਸ਼ਰਨ ਕੌਰ ਬੈਠਿਆਂ ਹੋਇਆਂ ਕੀਰਤਨ ਸੋਹਲੇ ਦਾ ਪਾਠ ਕਰ ਰਹੀ ਸੀ। ਸਾਰੇ ਸਿੰਘਾਂ ਦੀਆਂ ਉਹਨਾਂ ਨੇ ਦੇਹਾਂ ਜਿਹੜੀਆਂ ਉੱਥੇ ਟਿਕਾ ਦਿੱਤੀਆਂ, ਲੱਕੜਾਂ ਨੂੰ ਅਗਨ ਭੇਟ ਕਰ ਦਿੱਤਾ, ਸਰੀਰ ਜਿਹੜੇ ਅਗਨ ਭੇਟ ਕਰ ਦਿੱਤੇ ਸਾਰੇ ਸਿੰਘਾਂ ਦੇ ਚੁਣ ਕੇ। ਤੇ ਕੋਲ ਬੈਠੀ ਹੋਈ ਮਰਿਆਦਾ ਪੂਰਨ ਕਰ ਰਹੇ ਸਨ, ਸੋਹਲੇ ਦੀ ਬਾਣੀ ਪੜ੍ਹ ਰਹੇ ਸਨ। ਤੁਰਕ ਆ ਗਏ, ਉਹਨਾਂ ਨੇ ਬੀਬੀ ਸ਼ਰਨ ਕੌਰ ਨੂੰ ਵੀ ਚੁੱਕਿਆ ਤੇ ਉਹਨੂੰ ਵੀ ਚਿਖਾ ਵਿੱਚ ਜਿਉਂਦੀ ਨੂੰ ਸੁੱਟ ਦਿੱਤਾ। ਜਿੱਥੇ ਚਮਕੌਰ ਸਾਹਿਬ ਦੀ ਧਰਤੀ ਤੇ ਉਹਨਾਂ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਤੇ ਅਗਲੇ ਦਿਨ ਅੰਮ੍ਰਿਤ ਵੇਲੇ ਬੀਬੀ ਸ਼ਰਨ ਕੌਰ ਨੇ ਸਿੰਘਾਂ ਦਾ ਸੰਸਕਾਰ ਕੀਤਾ ਤੇ ਉਹਨਾਂ ਨੇ ਵੀ ਉੱਥੇ ਸ਼ਹਾਦਤ ਦਾ ਜਾਮ ਸਿੰਘਾਂ ਨਾਲ, ਆਪਣੇ ਭਰਾਵਾਂ ਨਾਲ ਪ੍ਰਾਪਤ ਕੀਤਾ ਹੈ। ਇਸ ਤਰ੍ਹਾਂ ਦਾ ਹੈ ਗੁਰੂ ਖਾਲਸੇ ਦਾ ਲਾਸਾਨੀ ਇਤਿਹਾਸ। ਇਥੋਂ ਮਹਾਰਾਜ ਅੱਗੇ ਹੁਣ ਉੱਚ ਦਾ ਪੀਰ ਬਣ ਕੇ ਚੱਲਣਗੇ। ਕੱਲ ਦੇ ਪ੍ਰਕਰਨ ਆਪਾਂ ਸਰਵਣ ਕਰਾਂਗੇ। ਕੱਲ ਦੇ ਦੀਵਾਨਾਂ ਦੇ ਵਿੱਚ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਵਿਚਾਰ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਜਿਹ ਸੇਵਕ ਜਾਣ ਕੇ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਤਾ। ਅੰਧਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆ। ਏਕ ਅਖਰ ਹਰ ਮਨ ਬਸਤੁ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।